ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੀ ਅਸੀਂ ਕੁਝ ਕਲਾਸਾਂ ਤੋਂ ਆਪਣਾ ਗੇਮ ਆਫ ਲਾਈਫ ਦਾ ਟੌਪਿਕ ਜਿਹੜਾ ਉਹ ਡਿਸਕਸ ਕਰ ਰਹੇ ਹਾਂ ਜੀ। ਉਹਦੇ ਥਰੂ ਅਸੀਂ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਜਿਵੇਂ ਅਸੀਂ ਆਪਣੀ ਲਾਈਫ ਦੇ ਵਿੱਚ ਬਾਹਰ ਬੜੀ ਸਾਰੀ ਗੇਮਾਂ ਖੇਡਦੇ ਹਾਂ, ਉਹਦੇ ਵਿੱਚ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਸਾਡੀ ਲਾਈਫ ਵੀ ਇੱਕ ਗੇਮ ਹੈਗੀ ਹੈ ਤੇ ਉਹਦੇ ਵਿੱਚ ਵੀ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮਝਣੀਆਂ ਹੁੰਦੀਆਂ ਨੇ ਕਿ ਵੀ ਹਾਊ ਆਈ ਕੈਨ ਪਲੇ ਦਿਸ ਗੇਮ ਇਨ ਅ ਬੈਟਰ ਵੇ। ਤੇ ਉਸ ਕੰਟੈਕਸਟ ਦੇ ਵਿੱਚ ਆਪਾਂ ਲਾਸਟ ਵੀਕ ਡਿਸਕਸ ਕੀਤਾ ਸੀ ਕਿ ਸਾਨੂੰ ਗੇਮ ਆਫ ਲਾਈਫ ਦੇ ਵਿੱਚ ਕਿਹੜੇ ਪਲੇਅਰਸ ਜਿਹੜੇ ਨੇ ਉਹ ਰੋਲ ਪਲੇ ਕਰਦੇ ਨੇ, ਤੇ ਇਹ ਸਾਰੇ ਬੱਚਿਆਂ ਨੇ ਲਿਖ ਕੇ ਭੇਜੇ ਸੀ ਆਨਸਰਸ। ਤਾਂ ਮੈਜੋਰਿਟੀ ਆਫ ਜਿਹੜੇ ਬੱਚੇ ਨੇ ਉਹਨਾਂ ਨੇ ਇਹ ਲਿਖਿਆ ਸੀ ਕਿ ਵੀ ਗੁੱਡ ਵੌਇਸ ਐਂਡ ਦੀ ਬੈਡ ਵੌਇਸ ਆਰ ਦ ਟੂ ਮੇਨ ਪਲੇਅਰਸ ਇਨ ਆਵਰ ਗੇਮ ਆਫ ਲਾਈਫ, ਵਿਚ ਵਾਸ ਵੈਰੀ ਗੁੱਡ। ਤੇ ਆਪਾਂ ਉਹਨੂੰ ਹੀ ਅੱਗੇ ਕੰਟੀਨਿਊ ਕਰਕੇ ਥੋੜੇ ਜਿਹੇ ਐਗਜ਼ਾਮਪਲਸ ਲੈ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਵੀ ਅਸੀਂ ਜਿਹੜਾ ਫੋਕਸ ਕਰ ਰਹੇ ਸੀ ਹਾਲੇ ਗੁੱਡ ਵੌਇਸ ਤੇ, ਵੀ ਗੁੱਡ ਵੌਇਸ ਸਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਵੀ ਵੀ ਆਰ ਵਰਕਿੰਗ ਔਰ ਵੀ ਆਰ ਲਿਸਨਿੰਗ ਟੂ ਦ ਗੁੱਡ ਵੌਇਸ। ਸੋ ਇਹ ਜਿਹੜਾ ਸਾਡਾ ਮੇਨ ਫੋਕਸ ਸੀਗਾ ਲਾਸਟ ਵੀਕ, ਉਹਦੇ ਵਿੱਚ ਆਪਾਂ ਇਹ ਜੋ ਸਲਾਈਡ ਸਾਹਮਣੇ ਸਾਰੇ ਬੱਚਿਆਂ ਨੂੰ ਦਿਖ ਰਹੀ ਹੈ ਇਹ ਡਿਸਕਸ ਕਰ ਰਹੇ ਸੀਗੇ। ਤੇ ਮੇਰੇ ਖਿਆਲ ਨਾਲ ਅਸੀਂ ਆਈ ਕੈਨ ਆਲਵੇਜ਼ ਇੰਪਰੂਵ ਤੱਕ ਅਸੀਂ ਡਿਸਕਸ ਕੀਤਾ ਸੀਗਾ। ਤੇ ਬਿਫੋਰ ਵੀ ਮੂਵ ਫਾਰਵਰਡ, any questions on this ਕਿ ਵੀ how to identify ਕਿ ਵੀ ਮੈਂ good voice ਨੂੰ listen ਕਰ ਰਿਹਾ ਕਿ ਨਹੀਂ ਕਰ ਰਿਹਾ before we move forward to need and want? ਹਾਂਜੀ ਮਨਵੀਰ, ਤੁਸੀਂ ਬੇਟੇ ਕੀ ਲਿਖਿਆ ਹੈਗਾ ਹੈ ਗੁੱਡ ਵੌਇਸ ਨੂੰ ਬੈਡ ਵੌਇਸ ਬਾਰੇ? ਨਥਿੰਗ। ਠੀਕ ਹੈ ਬੇਟੇ, ਹਾਂਜੀ ਠੀਕ ਹੈ ਜੀ। ਜੇ ਕੋਈ ਕੁਐਸਚਨ ਨਹੀਂ ਹੈ ਤਾਂ ਆਪਾਂ ਮੂਵ ਕਰਦੇ ਹਾਂ ਜੀ। ਜਿਹੜਾ ਸਾਡਾ ਸੈਕੰਡ ਲਾਸਟ ਪੁਆਇੰਟ ਹੈਗਾ ਸੀਗਾ ਫੋਕਸ ਔਨ ਨੀਡਸ, ਹੈ ਨਾ। ਸਾਨੂੰ ਗੁੱਡ ਵੌਇਸ ਜਿਹੜੀ ਹੈ ਉਹ ਹਮੇਸ਼ਾ ਹੀ ਇਹ ਯਾਦ ਕਰਾਉਂਦੀ ਰਹਿੰਦੀ ਹੈ ਕਿ ਵੀ ਮੈਨੂੰ ਜੋ ਚਾਹੀਦਾ ਮੈਨੂੰ ਸਿਰਫ ਉਹਦੇ ਵੱਲ ਧਿਆਨ ਕਰਨਾ ਚਾਹੀਦਾ ਹੈ, ਵੀ ਮੈਨੂੰ ਕੋਈ ਵੀ ਕੰਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੈ, ਠੀਕ ਹੈ ਨਾ। ਜਿਵੇਂ ਆਪਾਂ ਪਹਿਲਾਂ ਇਹਨਾਂ ਸਲਾਈਡਾਂ 'ਚ ਹੀ ਡਿਸਕਸ ਕੀਤਾ ਸੀ ਕਿ ਵੀ ਮੈਨੂੰ ਗੇਮ ਖੇਡਣ ਲਈ ਕਿਹੜੇ ਕਿਹੜੇ ਟੂਲਸ ਚਾਹੀਦੇ ਹੁੰਦੇ ਨੇ। ਸੋ ਉਸੇ ਤਰ੍ਹਾਂ ਹੀ ਉਹਨੂੰ ਜੇ ਆਪਾਂ ਉਸੇ ਗੇਮ ਵੱਲ ਹੀ ਧਿਆਨ ਕਰੀਏ ਕਿ ਆਪਾਂ ਕੁਝ ਐਗਜ਼ਾਮਪਲਸ ਲਏ ਸੀਗੇ। ਉਹਦੇ ਵਿੱਚ ਅਸੀਂ ਕ੍ਰਿਕਟ ਦਾ ਐਗਜ਼ਾਮਪਲ ਲਿਆ ਸੀ, ਟੈਨਿਸ ਦਾ ਲਿਆ ਸੀ, ਹੈ ਨਾ, ਚੈਸ ਉਹਦਾ ਲਿਆ ਸੀਗਾ, ਸਨੇਕਸ ਐਂਡ ਲੈਡਰ ਦਾ ਲਿਆ ਸੀਗਾ। ਕਿ ਜੇ ਆਪਾਂ ਇਹਨਾਂ ਵਿੱਚੋਂ ਹੀ ਦੇਖੀਏ ਕਿ ਵੀ ਇਹ ਸਾਰੀਆਂ ਗੇਮਾਂ ਖੇਡਣ ਲਈ ਮੈਨੂੰ ਕੀ ਚਾਹੀਦਾ ਹੁੰਦਾ ਹੈ, ਜੋ ਵੀ ਬੇਸਿਕ ਜਿਹੜੀਆਂ ਚੀਜ਼ਾਂ ਨੇ। ਜੇ ਮੈਂ ਟੈਨਿਸ ਖੇਡਣ ਜਾਣਾ ਹੈ ਤਾਂ ਮੈਨੂੰ ਰੈਕਟ ਚਾਹੀਦਾ ਹੈ, ਬਾਲ ਚਾਹੀਦੀ ਹੈ ਨਾ, ਇੱਕ ਕੋਰਟ ਚਾਹੀਦਾ ਜਿੱਥੇ ਮੈਂ ਗੇਮ ਖੇਡਣੀ ਹੈ ਜਾ ਕੇ। ਦਿਸ ਇਜ਼ ਆਲ ਆਈ ਨੀਡ ਵੇਅਰ ਮਿਨੀਮਮ ਟੂ ਪਲੇ ਦ ਗੇਮ। ਤੇ ਜੇ ਮੇਰਾ ਧਿਆਨ ਇਹਨਾਂ ਚੀਜ਼ਾਂ ਵੱਲ ਹੋਏਗਾ ਤਾਂ ਮੈਂ ਰੈਕਟ ਖਰੀਦਾਂਗਾ, ਬਾਲ ਖਰੀਦਾਂਗਾ ਔਰ ਆਪਣੇ ਕੋਰਟ ਤੇ ਜਾ ਕੇ ਗੇਮ ਖੇਡਣ ਲੱਗ ਜਾਵਾਂਗਾ। ਬਟ ਜੇ ਮੈਂ ਉਧਰ ਨਹੀਂ ਧਿਆਨ ਕਰਦਾ, ਵਾਂਟ ਵੱਲ ਆ ਜਾਂਦਾ, then I want to buy a racket of a particular company, ਕਿਸੇ ਵੀ ABCD ਕੰਪਨੀ ਦਾ ਮੈਨੂੰ ਸਪੈਸੀਫਿਕ ਇੱਕ ਰੈਕਟ ਚਾਹੀਦਾ ਹੈ, ਇੱਕ ਵੈਰੀ ਸਪੈਸੀਫਿਕ ਮੈਨੂੰ ਬਾਲ ਚਾਹੀਦੀ ਹੈ ਨਾ। ਮੈਨੂੰ ਇੱਕ ਇਹ ਕੋਰਟ ਅੱਛਾ ਨਹੀਂ ਲੱਗਦਾ, ਮੈਨੂੰ ਕਿਸੇ ਹੋਰ ਕੋਰਟ ਤੇ ਜਾ ਕੇ ਪਲੇ ਕਰਨਾ ਹੈ। ਇਹ ਸਾਰੀਆਂ ਚੀਜ਼ਾਂ ਮੇਰੀਆਂ ਵਾਂਟ ਵਿੱਚ ਐਡ ਹੁੰਦੀਆਂ ਜਾਣਗੀਆਂ। ਸੋ ਜੇ ਅਸੀਂ ਹੁਣ ਅੱਜ ਆਪਣੀ ਹੁਣ ਦੀ ਲਾਈਫ ਵਿੱਚ ਇਹਨੂੰ ਥੋੜਾ ਜਿਹਾ ਜੇ ਰਿਫਲੈਕਟ ਕਰਕੇ ਸਮਝਾਂਗੇ ਤਾਂ ਇਹ ਸਾਡੇ ਵਾਸਤੇ ਜਿੱਦਾਂ ਜਿੱਦਾਂ ਅਸੀਂ ਗਰੋ ਕਰਾਂਗੇ ਇਟ ਵਿਲ ਬਿਕਮ ਅ ਵੈਰੀ ਮੈਸਿਵ ਮੈਂਟਲ ਚੈਲੰਜ ਫॉर ਅਸ ਟੂ ਹੈਂਡਲ। ਜਿੱਦਾਂ ਜਿੱਦਾਂ ਅਸੀਂ ਗਰੋ ਕਰਦੇ ਜਾਵਾਂਗੇ ਇਹ ਵਾਲਾ ਚੈਲੰਜ ਵੱਧਦਾ ਹੀ ਜਾਏਗਾ ਜੇ ਅਸੀਂ ਇਹਨੂੰ ਨਾ ਹੁਣ ਅੰਡਰਸਟੈਂਡ ਕੀਤਾ ਜਾਂ ਇਹਨੂੰ ਠੀਕ ਕਰਨ ਵਾਸਤੇ ਹੁਣ ਉਦਮ ਨਹੀਂ ਕੀਤਾ ਜੇ। So it's a very good thing to be earlier we pick this thing up, the better we will be in our life. ਤੇ ਇਹਦੇ ਵਿੱਚ ਜਿਹੜਾ ਸੀਗਾ ਬਸ ਮੈਂ ਮੇਨਲੀ ਇਹੀ ਦੱਸਣਾ ਸੀ। ਹੁਣ ਕੁਇਕਲੀ ਜੇ ਵਿਦਨ 2 ਮਿੰਟਸ ਮੈਂ ਕਪਲ ਆਫ ਬੱਚਿਆਂ ਨੂੰ ਪੁੱਛ ਸਕਾਂ, ਜੇ ਤੁਸੀਂ ਹੋਰ ਕੋਈ ਐਗਜ਼ਾਮਪਲ ਦੇ ਕੇ ਸ਼ੇਅਰ ਕਰ ਸਕਦੇ ਹੋ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ ਨੀਡ ਐਂਡ ਵਾਂਟ ਵਿੱਚ ਫਰਕ ਕੀ ਹੈ। ਜੇ ਕੁਝ ਵੀ ਡਿਫਰੈਂਟ ਐਗਜ਼ਾਮਪਲ ਦੇ ਕੇ ਜੇ ਤੁਸੀਂ ਮੈਨੂੰ ਦੱਸ ਸਕੋ ਜਸਟ ਟੂ ਮੇਕ ਸ਼ੋਰ ਕਿ ਵੀ ਬੱਚਿਆਂ ਨੂੰ ਸਮਝ ਆ ਗਿਆ ਵਾਟ ਇਜ਼ ਦ ਡਿਫਰੈਂਸ ਬਿਟਵੀਨ ਨੀਡ ਐਂਡ ਵਾਂਟ। ਠੀਕ ਹੈ, ਆਈ ਵੋਂਟ ਗੋ ਥਰੂ ਦ ਹੋਲ ਲਿਸਟ ਕਿਉਂਕਿ ਫਿਰ ਕਾਫੀ ਜ਼ਿਆਦਾ ਬੱਚੇ हैं तो फिर आप अपने टॉपिक ਵੱਲ ਨਹੀਂ ਧਿਆਨ ਕਰ ਪਾਵਾਂਗੇ, बट जस्ट मे बी 2 or 3। ठीक है, वारी वारी फिर पूछांगे सवाल। ठीक है, हाँ जी तेजवीर सिंह ਤੁਸੀਂ ਦੱਸੋਗੇ ਬੇਟੇ? ਹਾਂਜੀ।
ਕੋਈ ਐਗਜ਼ਾਮਪਲ ਸ਼ੇਅਰ ਕਰ ਸਕਦੇ ਹੋ ਤੁਸੀਂ ਕੋਈ ਵੀ ਹੋਰ ਐਗਜ਼ਾਮਪਲ ਜੇ ਦੱਸਣ ਸਮਝਣ ਵਾਸਤੇ So that like if you know you're not supposed to be doing something, then you like and you know you're not supposed to be doing it, like you shouldn't do it, or and if you do it, it will be part of your bad voice. Like when I found my iPad in my dad's office when he was on his evening walk, my good voice told me not to take it, and my bad voice told me I should take it because no one knows. But I listened to my good voice, which was like the right thing, because I shouldn't have done it. ਠੀਕ ਹੈ ਜੀ ਬੇਟੇ ਠੀਕ ਹੈ ਆਈ ਥਿੰਕ ਤੇਜਬੀਰ ਸਿੰਘ ਜੀ ਆਪਾਂ ਗੱਲ ਕਰ ਰਹੇ ਸੀ ਬੇਟੇ ਦੈਟਸ ਅ ਗੁੱਡ ਐਗਜ਼ਾਮਪਲ ਜਿਹੜਾ ਤੁਸੀਂ ਸ਼ੇਅਰ ਕੀਤਾ ਹੈ ਕਿ ਵੀ ਗੁੱਡ ਵੌਇਸ ਐਂਡ ਬੈਡ ਵੌਇਸ ਦਾ ਪਰ ਆਪਾਂ ਜੋ ਹੁਣ ਗੱਲ ਕਰ ਰਹੇ ਨਾ ਇਸ ਵੇਲੇ ਕੀ ਕਰ ਰਹੇ ਸੀ ਕਿ ਵੀ ਆਪਾਂ ਸਮਝ ਰਹੇ ਹਾਂ ਵਾਟ ਇਜ਼ ਦ ਡਿਫਰੈਂਸ ਬਿਟਵੀਨ ਨੀਡ ਐਂਡ ਵਾਂਟ ਠੀਕ ਹੈ ਆਪਾਂ ਦੋ ਤਿੰਨ ਬੱਚਿਆਂ ਕੋਲੋਂ ਹੋਰ ਐਗਜ਼ਾਮਪਲ ਲੈਂਦੇ ਆ ਤਾਂ ਫਿਰ ਲੈਟ ਅਸ ਸੀ ਕਿ ਵੀ ਸਾਨੂੰ ਇਹ ਗੱਲ ਸਮਝ ਆਈ ਜੇ ਨਹੀਂ ਆਈ ਵੀ ਵਿਲ ਕਮ ਬੈਕ ਟੂ ਇਟ ਅਗੇਨ ਠੀਕ ਹੈ ਆਪਾਂ ਰਾਦਰ ਦੈਨ ਮੈਂ ਕੁਝ ਹੋਰ ਬੋਲਾਂ ਲੈਟ ਅਸ ਸੇ ਕਿ ਵੀ ਹੋਰ ਬੱਚੇ ਕੀ ਪਾਰਟਿਸਿਪੇਟ ਕਰਦੇ ਆ ਆਈ ਥਿੰਕ ਹੋਰ ਬੱਚੇ ਪਲੀਜ਼ ਹੈਂਡ ਰੇਜ਼ ਨਹੀਂ ਕਰਨਾ ਮੇਰੇ ਕੋਲ 5 ਇਨ ਦ ਲਿਸਟ ਹੈਗੇ ਆ ਸੋ ਵੀ ਵਿਲ ਸਟਿਕ ਵਿਦ them ਬਾਕੀ ਬੱਚਿਆਂ ਨੂੰ ਨੈਕਸਟ ਵਿੱਚ ਵਾਰੀ ਆ ਜਾਏਗੀ ਠੀਕ ਹੈ ਪਲੀਜ਼ ਡੋਂਟ ਰੇਜ਼ ਐਨੀ ਮੋਰ ਹੈਂਡਸ ਫॉर ਨਾਓ ਇਹ ਜਿਹੜੇ 5 ਬੱਚੇ ਮੈਨੂੰ ਦਿਖ ਰਹੇ ਨੇ ਮੈਂ ਕੁਇਕਲੀ ਜਾਨਣਾ ਸਾਰਿਆਂ ਕੋਲੋਂ ਠੀਕ ਹੈ ਹਾਂਜੀ ਠੀਕ ਹੈ ਦਿਵਨੈਨ ਐਂਡ ਬਾਨੀ ਤੁਸੀਂ ਦੱਸ ਸਕਦੇ ਹੋ ਬੇਟੇ ਨੀਡ ਹੁੰਦੀ ਹੈ ਕਿ ਜਿੱਦਾਂ ਫॉर ਐਗਜ਼ਾਮਪਲ ਤੁਹਾਨੂੰ ਸਕੂਲ ਦੇ ਲਈ ਕੋਈ ਪੈਨਸਲ ਚਾਹੀਦੀ ਹੈ ਤਾਂ ਕਿ ਤੁਸੀਂ ਰਾਈਟ ਕਰ ਸਕਦੇ ਹੋ ਉਹ ਨੀਡ ਹੋਗੀ ਔਰ ਵਾਂਟ ਹੈ ਕਿ ਤੁਸੀਂ ਸਮੈਲ ਵਾਲੀ ਪੈਨਸਲ ਲੈਣੀ ਹੈ ਸੈਂਟਡ ਵਾਲੀ ਫਰੀ ਵਾਲੀ ਇੱਦਾਂ ਦੀ ਹਾਂਜੀ ਠੀਕ ਹੈ ਵੈਰੀ ਗੁੱਡ ਅਮੇਜ਼ਿੰਗ ਦੈਟਸ ਐਕਸਲੈਂਟ ਥੈਂਕ ਯੂ ਬਾਨੀ ਕੌਰ ਜੀ ਹਾਂਜੀ ਜਸਮੇ ਕੌਰ ਜੀ ਮੇਰੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ ਵੀ ਜਦੋਂ ਮੈਂ ਤੇ ਮੇਰੇ ਨਾਨੂ ਅਸੀਂ ਕੇਮਾਰਟ ਗਏ ਸੀ ਬੁੱਕਸ ਲੈਣ ਮੇਰੀਆਂ ਤੇ ਉੱਥੇ ਮੈਨੂੰ ਕੋਈ ਪੈਨਸ ਦਿਖੇ ਤੇ ਮੈਂ ਕਿਹਾ ਸੀ ਵੀ ਆਈ ਰੀਲੀ ਵਾਂਟ ਥੀਸ ਪੈਨਸ ਪਰ ਫਿਰ ਮੈਂ ਸੁਣਿਆ ਵੀ ਓਕੇ ਇਹ ਮੈਨੂੰ ਚਾਹੀਦਾ ਨਹੀਂ it's not really a need in rather than the books ਜਿਹੜੀਆਂ I need them because ਉਹਦੇ ਚ ਮੈਂ actually write ਕਰਨਾ ਐਕਸਲੈਂਟ ਵੈਰੀ ਗੁੱਡ ਹੈ ਨਾ ਜਦੋਂ ਅਸੀਂ ਆਪਾਂ ਪਹਿਲਾਂ ਵੀ ਦੋ ਤਿੰਨ ਵਾਰੀ ਡਿਫਰੈਂਟ ਸਲਾਈਡਾਂ ਦੇ ਵਿੱਚ ਡਿਸਕਸ ਕੀਤਾ ਹੈਗਾ ਤੁਹਾਡਾ ਐਗਜ਼ਾਮਪਲ ਬਹੁਤ ਅੱਛਾ ਹੈਗਾ ਜਦੋਂ ਅਸੀਂ ਜਾਣਦੇ ਹਾਂ ਕੁਝ ਲੈਣ ਵਾਸਤੇ ਜੋ ਮੈਨੂੰ ਚਾਹੀਦਾ ਹੈ ਤਾਂ ਮੇਰਾ ਧਿਆਨ ਡਾਇਵਰਟ ਹੋ ਜਾਂਦਾ ਹੈ ਹੋਰ ਚੀਜ਼ਾਂ ਵੱਲ ਜਿੰਨਾ ਜ਼ਿਆਦਾ ਮੈਂ ਅਟਰੈਕਟ ਹੋਈ ਜਾਂਦਾ ਉਹ ਮੇਬੀ ਮੈਂ ਇਹ ਵੀ ਲੈ ਲਾਂ ਬਟ ਆਈ ਡੋਂਟ ਨੀਡ ਦੋਸ ਥਿੰਗਸ ਪਰ ਮੈਂ ਅਟਰੈਕਟ ਹੋਈ ਜਾਂਦਾ ਉਹਨਾਂ ਵੱਲ ਕਿਉਂਕਿ ਨਾਓ ਆਈ ਐਮ ਐਟ ਦ ਪਲੇਸ ਵੇਅਰ ਦੇਰ ਆਰ ਨੰਬਰ ਆਫ ਅਦਰ ਥਿੰਗਸ ਐਜ਼ ਵੈਲ ਸੋ ਵੈਰੀ ਗੁੱਡ ਥੈਂਕ ਯੂ ਕਿ ਵੀ ਮੈਨੂੰ ਇਹ ਸਮਝਣਾ ਪਏਗਾ ਕਿ ਗੁੱਡ ਵੌਇਸ ਜਿਹੜੀ ਆ ਉਹ ਮੈਨੂੰ ਇਹ ਵੀ ਰੋਕ ਰਹੀ ਹੈ ਕਿ ਵੀ ਮੈਂ ਸਾਰੀਆਂ ਚੀਜ਼ਾਂ ਵੱਲ ਅਟਰੈਕਟ ਨਾ ਹੋਵਾਂ ਥੈਂਕ ਯੂ ਜਸਮੇ ਕੌਰ ਜੀ ਵੈਰੀ ਗੁੱਡ ਐਗਜ਼ਾਮਪਲ ਹਾਂਜੀ ਸਚਲੀਨ ਯੂ ਆਰ ਦ ਲਾਸਟ ਵਨ ਸਚਲੀਨ ਕੌਰ ਜੀ ਬੇਟੇ ਤੁਹਾਡਾ ਹੈਂਡ ਰੇਜ਼ਡ ਹੈ ਤੁਸੀਂ ਮਿਊਟ ਹੈਗੇ ਹੋ ਜੇ ਕੁਝ ਸ਼ੇਅਰ ਕਰਨਾ Sorry. So, because I was studying for a HAS test once and I actually studied like very hard for it, I remember the definition between a need is something that is necessary for survival and what is something that is unnecessary for survival, but we need but makes life more enjoyable. ਠੀਕ ਹੈ ਆਈ ਥਿੰਕ ਠੀਕ ਐਗਜ਼ਾਮਪਲ ਹੈ ਤੁਹਾਡਾ ਅਸੀਂ ਇਹ ਵੀ ਆਪਾਂ ਪਿਛਲੀ ਕਲਾਸਾਂ ਦੇ ਵਿੱਚ ਡਿਸਕਸ ਕੀਤਾ ਹੋਇਆ ਆਲਰੇਡੀ ਕਿ ਵੀ ਸਾਨੂੰ ਜੋ ਜ਼ਰੂਰੀ ਚਾਹੀਦਾ ਹੁੰਦਾ ਜ਼ਿੰਦਗੀ ਜੀਣ ਵਾਸਤੇ ਜਾਂ ਕੋਈ ਵੀ ਐਕਟੀਵਿਟੀ ਕਰਨ ਵਾਸਤੇ ਕਿਧਰੇ ਵੀ ਪਰਫਾਰਮ ਕਰਨ ਵਾਸਤੇ ਉਹ ਨੀਡ ਹੁੰਦੀ ਹੈ ਉਸ ਤੋਂ ਇਲਾਵਾ ਜਦੋਂ ਅਸੀਂ ਅਟਰੈਕਟ ਹੋ ਕੇ ਦੂਜੀਆਂ ਚੀਜ਼ਾਂ ਵੱਲ ਧਿਆਨ ਲਗਾਉਂਦੇ ਹਾਂ ਫਿਰ ਉਹ ਸਾਡੀ ਵਾਂਟ ਬਣ ਜਾਂਦੀ ਹੈ ਐਂਡ ਦੇਰ ਇਜ਼ ਨੋ ਐਂਡ ਟੂ ਦ ਵਾਂਟ ਹਮੇਸ਼ਾ ਇਹ ਆਲਵੇਜ਼ ਜਿਹੜਾ ਹੈ ਵੱਧਦੀ ਜਾਏਗੀ ਇਹ ਚੈਲੰਜ ਸਾਡੇ ਵਾਸਤੇ ਆਪਣੀ ਲਾਈਫ ਦੇ ਵਿੱਚ ਜੇ ਅਸੀਂ ਇਹਨੂੰ
ਹੁਣੇ ਰਾਈਟ ਐਟ ਦਿਸ ਸਟੇਜ ਜਿੱਥੇ ਵੀ ਅਸੀਂ ਹੈਗੇ ਆ ਜਿਸ ਵੀ ਏਜ ਗਰੁੱਪ ਵਿੱਚ ਹੈਗੇ ਆ ਅਸੀਂ ਹੁਣੇ ਹੀ ਇਹਨੂੰ ਨਹੀਂ ਰੋਕਾਂਗੇ then it will become a challenge for us in the upcoming years ਨਾ ਸਾਨੂੰ ਹਰੇਕ ਟਾਈਮ ਤੇ ਕਿਸੇ ਕੋਈ ਵੀ ਰਾਈਟ ਔਰ ਰੋਂਗ ਟਾਈਮ ਨਹੀਂ ਹੈ every time is the right time to improve ourselves ਸੇ ਅਸੀਂ ਜੇ ਹੁਣ ਵੀ ਅਸੀਂ ਸਮਝ ਲਵਾਂਗੇ ਕਿ yes I have to work on this I have to focus on what I need then I want ਤਾਂ ਮੈਂ ਜਿਹੜਾ ਉਹ ਅੱਛੀ ਜ਼ਿੰਦਗੀ ਜੀ ਸਕਦਾ ਜਿਵੇਂ ਕਿ ਤੁਸੀਂ ਆਪਣੇ ਆਪ ਹੀ ਐਗਜ਼ਾਮਪਲ ਦਿੱਤੇ ਸੀ ਕੁਝ ਬੱਚਿਆਂ ਨੇ ਕਿ ਵੀ ਜਦੋਂ ਅਸੀਂ ਅਟਰੈਕਟ ਹੋ ਜਾਂਦੇ ਹਾਂ ਦੂਜੀਆਂ ਚੀਜ਼ਾਂ ਵੱਲ ਤਾਂ ਫਿਰ ਕਈ ਵਾਰੀ ਅਸੀਂ ਭੁੱਲ ਹੀ ਜਾਂਦੇ ਹਾਂ ਕਿ ਵੀ ਮੇਰੀ ਨੀਡ ਕੀ ਹੈਗੀ ਹੈ ਜੇ ਮੈਂ ਬਾਜ਼ਾਰ ਚਲਾ ਗਿਆ ਮੈਨੂੰ ਚਾਹੀਦਾ ਕੁਝ ਹੋਰ ਸੀ ਉਹ ਮੈਂ ਭੁੱਲ ਹੀ ਗਿਆ ਕਿਉਂਕਿ ਮੈਂ ਅਟਰੈਕਟ ਹੋ ਗਿਆ ਹੋਰ ਚੀਜ਼ਾਂ ਵੱਲ ਮੈਨੂੰ ਹੋਰ ਹੀ ਚੀਜ਼ਾਂ ਦਿਖਣ ਲੱਗ ਗਈਆਂ ਜਿਹੜੀਆਂ ਮੈਨੂੰ ਜ਼ਿਆਦਾ ਵਧੀਆ ਲੱਗ ਰਹੀਆਂ ਨੇ ਮੈਂ ਉਹ ਬਾਏ ਕਰਕੇ ਘਰ ਆ ਗਿਆ ਬਟ ਆਈ ਫੋਰਗੋਟ ਵਾਟ ਆਈ ਰੀਅਲੀ ਵੈਂਟ देयर ਟੂ ਬਾਏ ਫॉर ਹੈ ਨਾ ਐਂਡ ਇਟ ਹੈਪਨਸ ਵੈਰੀ ਕਾਮਨਲੀ ਕਿ ਜਦੋਂ ਅਸੀਂ ਆਪਣੀਆਂ ਨੀਡਸ ਨੂੰ ਨਹੀਂ ਸਮਝ ਪਾਉਂਦੇ ਜਦੋਂ ਇਹ ਸਾਡਾ ਧਿਆਨ ਨਹੀਂ ਹੋਏਗਾ ਤਾਂ ਇਹ ਇਦਾਂ ਰੈਗੂਲਰਲੀ ਸਾਡੀ ਲਾਈਫ ਵਿੱਚ ਹੁੰਦਾ ਜਾਏਗਾ ਤੇ ਚੈਲੰਜਸ ਵਿਲ ਕੀਪ ਔਨ ਗਰੋਇੰਗ ਸੋ ਸਾਡੇ ਵਾਸਤੇ ਪ੍ਰੋਬਲਮ ਵੱਧਦੀ ਜਾਏਗੀ ਤੇ ਅਸੀਂ ਆਪਣੀ ਗੇਮ ਆਫ ਲਾਈਫ ਨੂੰ ਵਿਨ ਕਰਨ ਦੇ ਵਿੱਚ ਜਿਹੜਾ ਉਹ ਹਮੇਸ਼ਾ ਹੀ ਚੈਲੰਜ ਫੇਸ ਕਰਦੇ ਰਵਾਂਗੇ ਸੋ ਇਟ ਇਜ਼ ਆਲਵੇਜ਼ ਵੈਰੀ ਇੰਪੋਰਟੈਂਟ ਟੂ ਫੋਕਸ ਹਾਂਜੀ ਤੇਜਬੀਰ ਬੇਟੇ ਤੁਹਾਨੂੰ ਇਹ ਗੱਲ ਸਮਝ ਆ ਗਈ ਸੀ ਬੇਟੇ ਹੁਣ ਇਜ਼ देयर ਐਨੀਥਿੰਗ ਐਨੀ ਕੁਐਸਚਨਸ ਔਨ ਦਿਸ No, it was just that I wasn't listening earlier. Sure ਬੇਟੇ no worries thank you ਹਾਂਜੀ ਐਨੀਵਨ ਐਲਸ ਕਿਸੇ ਨੂੰ ਕੋਈ ਡਾਊਟ ਹੈਗਾ ਜੀ ਨੀਡ ਔਰ ਵਾਂਟ ਦੇ ਵਿੱਚ ਐਨੀਥਿੰਗ ਜੇ ਕਿਸੇ ਨੂੰ ਨਹੀਂ ਕਲੀਅਰ ਹੋਈ ਜੋ ਆਪਾਂ ਹੁਣ ਡਿਸਕਸ ਕੀਤਾ ਠੀਕ ਹੈ ਜੀ ਥੈਂਕ ਯੂ ਚਲੋ ਜੀ ਆਈ ਵਿਲ ਮੂਵ ਔਨ ਵਿਦ ਦ ਨੈਕਸਟ ਜਿਹੜੀ ਸਾਡਾ ਹੈਗਾ ਪੁਆਇੰਟ ਹੈ ਨਾ ਕੀਪ ਸੈਲਫ ਰਿਫਲੈਕਟਿੰਗ ਔਨ ਯੋਰ ਬਿਹੇਵੀਅਰ ਠੀਕ ਹੈ ਇਹ ਸਾਨੂੰ ਗੁੱਡ ਵੌਇਸ ਜਿਹੜੀ ਹੈ ਹਮੇਸ਼ਾ ਇਹ ਸਾਨੂੰ ਯਾਦ ਕਰਾਉਂਦੀ ਰਹਿੰਦੀ ਹੈ ਕਿ ਵੀ ਜੋ ਵੀ ਮੈਂ ਐਕਸ਼ਨ ਕਰ ਰਿਹਾ ਮੈਨੂੰ ਉਹਨੂੰ ਰੀਵਿਜ਼ਿਟ ਕਰਨਾ ਪਏਗਾ ਉਹਨੂੰ ਸੋਚਣਾ ਪਏਗਾ ਕਿ ਇਫ ਉਹਦਾ ਜੋ ਵੀ ਮੈਂ ਐਕਸ਼ਨ ਕੀਤਾ ਉਹਦਾ ਕੀ ਰਿਜ਼ਲਟ ਨਿਕਲਿਆ ਉਹਦਾ ਆਊਟਕਮ ਕੀ ਸੀ ਵਾਟ ਕੁਡ ਆਈ ਹੈਵ ਡਨ ਬੈਟਰ ਹੈ ਨਾ ਮੈਨੂੰ ਉਹਦੇ ਚੋਂ ਕੀ ਮਿਲਿਆ ਜੇ ਮੈਂ ਕੋਈ ਵੀ ਚੀਜ਼ ਜਿਹੜੀ ਹੈ ਕਰਨੀ ਸੇ ਪਿਛਲੀ ਕਲਾਸ ਵਿੱਚ ਇੱਕ ਐਗਜ਼ਾਮਪਲ ਬੱਚਿਆਂ ਨੇ ਦਿੱਤਾ ਸੀ ਬੜਾ ਅੱਛਾ ਸੀਗਾ ਰਿਪੀਟ ਹੁਣ ਇਸ ਕਲਾਸ ਵਿੱਚ ਕਿ ਉਹ ਬੱਚਾ ਕਹਿ ਰਿਹਾ ਹੈ ਕਿ ਵੀ ਮੈਂ ਰਾਤੀ ਸੁੱਤਾ ਤਾਂ ਸਵੇਰੇ ਉੱਠਿਆ ਨਹੀਂ ਠੀਕ ਹੈ ਨਹੀਂ ਉੱਠਣ ਨਾਲ ਮੇਰੀ ਕੀਰਤਨ ਕਲਾਸ ਮਿਸ ਹੋ ਗਈ ਠੀਕ ਹੈ ਉਹ ਬੱਚੇ ਨੇ ਫਿਰ ਐਟਲੀਸਟ ਬਾਅਦ ਜਦੋਂ ਉਹਨੂੰ ਵਿਜ਼ਿਟ ਕੀਤਾ ਕਿ ਨੈਕਸਟ ਟਾਈਮ ਜੇ ਮੈਂ ਟਾਈਮ ਸਿਰ ਨਹੀਂ ਉੱਠਾਂਗੀ ਤਾਂ ਇਟ ਵਿਲ ਹੈਪਨ ਅਗੇਨ ਉਹਨੇ ਸੈਲਫ ਰਿਫਲੈਕਟ ਕੀਤਾ ਕਿ ਵੀ ਮੈਨੂੰ ਸਵੇਰੇ ਉੱਠਣਾ ਪਏਗਾ ਨਹੀਂ ਤਾਂ ਆਈ ਵਿਲ ਕੀਪ ਔਨ ਮਿਸਿੰਗ ਮਾਈ ਕੀਰਤਨ ਕਲਾਸ ਨਾ ਇਹ ਦਿਸ ਇਜ਼ ਵਾਟ ਦ ਸੈਲਫ ਰਿਫਲੈਕਸ਼ਨ ਇਜ਼ ਮੈਨੂੰ ਬਾਰ-ਬਾਰ ਆਪਣੇ ਵੱਲ ਧਿਆਨ ਕਰਨਾ ਜਿਹੜੀ ਆਪਣਾ ਜਿਹੜਾ ਥਰਡ ਪੁਆਇੰਟ ਸੀਗਾ ਨਾ ਆਈ ਕੈਨ ਆਲਵੇਜ਼ ਇੰਪਰੂਵ ਵਾਲਾ ਨਾ ਉਹ ਵੀ ਇਹੀ ਕਹਿ ਰਿਹਾ ਸੀ ਕਿ ਮੈਨੂੰ ਇੰਪਰੂਵ ਕਰਨਾ ਇੰਪਰੂਵ ਕਿੱਦਾਂ ਕਰਨਾ ਜੇ ਮੈਂ ਆਪਣੇ ਐਕਸ਼ਨਸ ਵੱਲ ਬਾਰ-ਬਾਰ ਧਿਆਨ ਦਿਆਂਗਾ ਮੈਨੂੰ ਆਪਣੇ ਆਪ ਵੱਲ ਹਮੇਸ਼ਾ ਜੇ ਮੈਂ ਡੇ ਸਟਾਰਟ ਕੀਤਾ 6 o'clock 9 o'clock I need to go to the bed during this time ਮੈਂ ਜਿੰਨੇ ਵੀ ਐਕਸ਼ਨ ਕੀਤੇ ਨੇ ਜੇ if I can spend couple of minutes to just flash back the day ਕਿ ਵੀ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਮੈਨੂੰ ਮੈਂ ਅੱਛੀ ਤਰ੍ਹਾਂ ਕਰ ਸਕਦਾ ਸੀ ਕੁਝ ਸਿਚੁਏਸ਼ਨਸ ਨੂੰ ਮੈਂ ਹੈਂਡਲ ਕੀਤਾ ਉਹਨੂੰ ਮੈਂ ਕਿਵੇਂ ਬੈਟਰ ਕਰ ਸਕਦੀ ਸੀਗੀ ਹੈ ਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸੈਲਫ ਰਿਫਲੈਕਸ਼ਨ ਹੈਗੀ ਹੈ ਤੇ ਵਿਦ ਦੈਟ ਅਗੇਨ ਮੈਨੂੰ ਹੈਗਾ ਕਿ ਵੀ ਮੇਕ ਸ਼ੋਰ ਕਰ ਲਈਏ ਕਿ ਸਾਰੇ ਬੱਚਿਆਂ ਨੂੰ ਸਮਝ ਆ ਗਿਆ ਕਿ ਅਸੀਂ ਸੈਲਫ ਰਿਫਲੈਕਟ ਕਿਵੇਂ ਕਰਨਾ ਹੁੰਦਾ ਹੈ ਤੇ ਮੈਂ ਕੁਇਕਲੀ ਜੇ ਦਰਸ ਕੌਰ ਜੀ ਤੁਸੀਂ ਕੁਝ ਐਗਜ਼ਾਮਪਲ ਸ਼ੇਅਰ ਕਰ ਸਕਦੇ ਹੋ ਆਪਣੀ ਲਾਈਫ ਵਿੱਚੋਂ So let's say I'm fighting with my sister, and my good voice is saying to control myself, and my bad voice is saying like to fight with her. And if I fight with her, then we're both upset. That's the consequence. That's like we're both upset and we're feeling we don't want to talk to each other. That's all. ਨਹੀਂ ਠੀਕ ਹੈ ਜੀ ਠੀਕ ਹੈ ਥੈਂਕ ਯੂ ਹਾਂਜੀ ਜਸਮੇਨ ਕੌਰ ਜੀ ਮੇਰਾ ਇੱਕ ਐਗਜ਼ਾਮਪਲ ਹੈਗਾ ਸੈਲਫ ਰਿਫਲੈਕਟਿੰਗ ਵਾਲਾ ਲਈ ਵੀ ਮੇਰੇ ਬ੍ਰਦਰ ਨੇ ਉਹਨੇ ਮੇਰਾ ਟੌਏ ਨਾਲ ਖੇਡਣ ਸ਼ੁਰੂ ਕਰ ਲਿਆ ਸੀ ਤੇ ਫਿਰ ਮੈਂ ਫਿਰ ਜਦੋਂ ਮੈਨੂੰ ਪਤਾ ਚੱਲਿਆ ਫਿਰ ਮੈਂ ਉਹਨੂੰ ਮਾਰਿਆ ਤੇ ਮੈਂ ਬਹੁਤ ਐਂਗਰੀ ਹੋ ਗਈ ਸੀ ਉਹਦੇ ਨਾਲ ਪਰ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ
ਵੀ ਮੈਂ ਇਸ ਤਰ੍ਹਾਂ ਨਹੀਂ ਕਰਨਾ ਸੀ ਤੇ ਉਹ ਮੇਰਾ ਛੋਟਾ ਭਰਾ ਹੈ ਤੇ I should take good care of him. ਸੋ ਫਿਰ ਮੈਂ ਬਾਅਦ ਚ ਉਹਨੂੰ ਸੌਰੀ ਕਹਿ ਕੇ ਫਿਰ ਅਸੀਂ ਖੇਡਣ ਲੱਗ ਗਏ। ਵੈਰੀ ਗੁੱਡ। ਇੱਕ ਹੋਰ ਚੀਜ਼ ਦੱਸਾਂ ਤੁਹਾਨੂੰ ਮੈਂ ਬੜੀ ਜ਼ਰੂਰੀ ਜਿਹੜੀ ਹੈਗੀ ਸਮਝਣੀ। ਸੈਲਫ ਰਿਫਲੈਕਸ਼ਨ ਦਾ ਇੱਕ ਹੋਰ ਮਤਲਬ ਹੁੰਦਾ ਕਿ ਹੁਣ I will not repeat the same mistake again. ਠੀਕ ਹੈ, ਮੈਂ ਜੋ ਕੌਨਸੀਕੁਐਂਸ ਪਤਾ ਚੱਲ ਗਿਆ ਨਾ ਕਿ ਵੀ ਉਹਦਾ ਕੀ ਹੋਏਗਾ, ਤਾਂ ਸੈਲਫ ਰਿਫਲੈਕਸ਼ਨ ਦੀ ਇੱਕ ਬਹੁਤ ਅੱਛੀ ਜਿਹੜੀ ਹੋਰ ਸਾਈਨ ਹੈਗਾ। ਹੁਣ ਜੇ ਮੈਂ ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰ ਰਿਹਾ ਨਾ, ਮੈਂ ਆਈਡੈਂਟੀਫਾਈ ਕਰ ਰਿਹਾ ਕਿ ਵੀ ਕਿਹੜੀ ਚੀਜ਼ ਮੈਂ ਗਲਤ ਕਰ ਲਈ ਜਾਂ ਮੈਨੂੰ ਠੀਕ ਕਰਨੀ ਚਾਹੀਦੀ ਸੀਗੀ, ਮੈਨੂੰ ਹੁਣ ਉਹ ਰਿਪੀਟ ਨਹੀਂ ਕਰਨੀ ਮਿਸਟੇਕ ਦੁਆਰਾ। ਜੇ ਮੈਂ ਉਹਨੂੰ ਅੱਜ ਆਪਣੇ ਬ੍ਰਦਰ ਨੂੰ ਹਿੱਟ ਕੀਤਾ ਤਾਂ I should not do it tomorrow again or the day after or the day after, ਕਿਉਂਕਿ ਮੈਂ ਆਪਣੇ ਆਪ ਨੂੰ ਹੁਣ ਰੋਜ਼ ਸੈਲਫ ਰਿਫਲੈਕਟ ਕਰਕੇ ਉਹ ਰਿਮਾਈਂਡਰ ਦੇਣਾ ਹੀ ਦੇਣਾ ਹੈ ਕਿ ਓਕੇ ਉਹ ਮੇਰਾ ਛੋਟਾ ਭਰਾ ਹੈ, there are other ways to manage this rather than hitting him, है ना। So it's a very good example, but I just wanted to add one more thing कि भी जे ਅਸੀਂ identify ਕਰ ਲੈਂਦੇ ਆ कि I have done something which I could have not done or I could have handled the thing better, ਮੈਨੂੰ ਉਹ repeat ਨਹੀਂ ਕਰਨੀ mistake। ਇਹ ਅਸੀਂ ਹੌਲੀ ਹੌਲੀ every single passing day ਅਸੀਂ ਆਪਣੀ habit ਨੂੰ develop ਕਰਨਾ ਹੈ। ਜੇ ਅਸੀਂ ਭੈਣ ਭਰਾ ਲੜ ਰਹੇ ਹਾਂ ਆਪਸ 'ਚ, ਹੁਣ ਮੈਨੂੰ ਸਮਝ ਆਉਣਾ ਸ਼ੁਰੂ ਹੋ ਗਿਆ ਕਿ ਉਹ ਲੜਾਈ ਦੇ ਵਿੱਚੋਂ ਮੈਨੂੰ ਕੁਛ ਵੀ ਨਹੀਂ ਅੱਛਾ ਮਿਲ ਰਿਹਾ, ਮੈਨੂੰ ਉਹ ਅੱਛਾ এনवायरमेंट ਨਹੀਂ ਮਿਲ ਰਿਹਾ, ਮੈਂ ਆਪ ਹੀ ਅਪਸੈਟ ਹੋ ਰਿਹਾ, ਮੇਰੇ ਸਾਰੇ ਘਰ ਵਾਲੇ ਵੀ ਅਪਸੈਟ ਹੋ ਰਹੇ ਨੇ, then I should stop doing that, ਹੈ ਨਾ। ਉਹਦੇ ਵਿੱਚ ਮੈਨੂੰ ਕੌਨਸੀਕੁਐਂਸ ਨੂੰ ਸਮਝਣਾ ਹੈ, ਜੇ ਉਹ ਕੌਨਸੀਕੁਐਂਸ ਨਹੀਂ ਠੀਕ ਹੈਗਾ I have to stop। ਸੋ ਮੈਨੂੰ ਜਿਹੜੀ ਗੁੱਡ ਵੌਇਸ ਹੈ ਜਾਂ ਉਹਨੂੰ ਅਸੀਂ ਗੁਰਬਾਣੀ ਦੀ ਲੈਂਗੁਏਜ ਦੇ ਵਿੱਚ ਜੋਤ ਕਹਿੰਦੇ ਆ, ਉਹ ਮੈਨੂੰ ਬਾਰ-ਬਾਰ ਇਹ ਰਿਮਾਈਂਡਰ ਦਿੰਦੀ ਹੈ ਕਿ ਹਮੇਸ਼ਾ ਆਪਣੇ ਆਪ ਵੱਲ ਧਿਆਨ ਦਿਓ, ਇੱਕ ਉਦਮ ਹਮੇਸ਼ਾ ਕਰਦੇ ਰਹੋ ਕਿ ਮੈਂ ਆਪਣੀਆਂ ਗਲਤੀਆਂ ਨੂੰ ਸਮਝ ਕੇ ਉਹਨਾਂ ਨੂੰ ਠੀਕ ਕਰਨ ਵੱਲ ਹਮੇਸ਼ਾ ਕੰਮ ਕਰਦਾ ਰਹਾਂਗਾ। ਠੀਕ ਹੈ, ਥੈਂਕ ਯੂ ਬੇਟੇ। ਹਾਂਜੀ ਸਚਲਿਨ ਕੌਰ ਜੀ। Are we giving examples of self-reflection? Sure. Is that what we're doing? Are we giving examples? Hanji bete. Okay. So one time, in spring and autumn, because it gets dark very easily, my curfew, which is a time I have to be home, like back home, if I hang out with any of my friends, is 7:10 to like 7:20, depends on when it becomes dark. And one time, like early summer, I came home like extremely late. I came home at around like 7:15 to 8. I'm pretty sure I came extremely home because I was hanging out with my friends, and I forgot to call my mom and that I was gonna be late, and they got really worried. And I wasn't allowed on my bike for a week. So like, yeah. ਨਹੀਂ ਠੀਕ ਹੈ, ਠੀਕ ਹੈ। ਉਹਦੇ ਵਿੱਚੋਂ ਲਰਨ ਕੀ ਕੀਤਾ ਸੀ ਬੇਟੇ? Okay, always tell your parents if you're gonna be late and don't stay out that late because you could get kidnapped. ਠੀਕ ਹੈ ਨਾ। ਵੈਰੀ ਫਸਟ ਥਿੰਗ ਜਿਹੜੀ ਹੈਗੀ ਹੈ, ਇਫ ਆਈ ਕੈਨ ਐਡ ਵਨ ਮੋਰ ਲਾਈਨ ਟੂ ਇਟ, ਕਿ ਵੀ ਇਹ ਸਾਨੂੰ ਕੀ ਸਿਖਾਉਂਦੀ ਹੈ ਕਿ ਮੇਰੇ ਕੋਲੋਂ ਐਕਸਪੈਕਟਡ ਹੈਗਾ ਕਿ I have to be back by 7, then I should focus ਕਿ ਵੀ ਮੈਂ ਜੋ ਵੀ ਕੰਮ ਕਰਨ ਵਾਸਤੇ ਇੱਥੇ present ਹਾਂ, I have to finish it keeping in mind the traveling time so that I can reach home by 7। ਜੇ ਮੈਂ ਬਾਹਰ ਆਇਆ ਕੋਈ ਵੀ ਕੰਮ ਕਰਨ ਵਾਸਤੇ and I'm expected to be back by this time, ਤਾਂ ਮੈਨੂੰ ਉਹ ਧਿਆਨ ਕਰਨਾ ਹੈ, ਐਕਸਕਿਊਜ਼ ਨਹੀਂ ਦੇਣਾ ਕਿ ਵੀ ਵੀ ਮੈਂ ਇਗਨੋਰ ਕਰ ਰਿਹਾ ਇਸ ਚੀਜ਼ ਨੂੰ। So we have to make sure there will be times ਕੁਛ ਵੀ circumstances change ਹੋ ਜਾਣਗੇ, ਅਸੀਂ ਨਹੀਂ ਉਹ ਟਾਈਮ ਸਿਰ ਪਹੁੰਚ ਪਾਵਾਂਗੇ। Yes, it's a very good habit to call someone at home and tell them, yes, I'm running late, I will be back by this time, but that should not be a thing which I have to do every day or every week, है ना। मेरा focus हैगा कि भी मैं वो action करना है जो expected है, ਉਹਦੇ ਵਾਸਤੇ ਮੈਂ ਐਕਸਕਿਊਜ਼ ਨਹੀਂ ਦੇਣਾ ਕਿ ਓਕੇ ਆਈ ਹੈਵ ਇਨਫੋਰਮਡ, ਦੈਟਸ ਓਕੇ, ਨਾਓ ਨੈਕਸਟ ਟਾਈਮ ਆਈ ਵਿਲ ਰਿਪੀਟ ਦ ਸੇਮ ਥਿੰਗ, ਆਈ ਵਿਲ ਕਮ ਹੋਮ ਲੇਟ ਐਂਡ ਆਈ ਵਿਲ ਇਨਫੋਰਮ ਮਾਈ ਪੇਰੈਂਟਸ ਆਈ ਐਮ ਰਨਿੰਗ ਲੇਟ। ਇਹਨੂੰ ਐਕਸਕਿਊਜ਼ ਨੂੰ ਮੈਂ ਆਪਣੀ ਲਾਈਫ ਦਾ ਹਿੱਸਾ ਨਹੀਂ ਬਣਾਉਣਾ, ਮੈਨੂੰ
ਜਿਹੜੀ ਜੋਤ ਹੈ, ਜਿਹੜੀ ਗੁੱਡ ਵੌਇਸ ਹੈ, ਉਹ ਮੈਨੂੰ ਬਾਰ-ਬਾਰ ਗਾਈਡ ਕੀ ਕਰ ਰਹੀ ਹੈ ਕਿ ਆਈ ਹੈਵ ਟੂ ਪਰਫਾਰਮ ਐਜ਼ ਐਕਸਪੈਕਟਡ। ਮੈਨੂੰ ਜਸਟੀਫਿਕੇਸ਼ਨਸ, ਐਕਸਕਿਊਜ਼ਸ ਨਹੀਂ ਦੇਣੇ ਫॉर ਮਾਈ ਰੋਂਗ ਡੂਇੰਗਸ। ਜੇ ਮੇਰੇ ਕੋਲੋਂ ਕੋਈ ਗਲਤੀ ਹੋ ਵੀ ਜਾਂਦੀ ਹੈ then I have to make sure ਕਿ ਵੀ ਮੈਂ ਉਹਨੂੰ ਰਿਪੀਟ ਨਹੀਂ ਕਰਾਂ। ਤਾਂ ਸੈਲਫ ਰਿਫਲੈਕਟ ਕਰਨ ਦਾ ਇਹੀ ਮਤਲਬ ਹੁੰਦਾ ਹੈ ਕਿ ਮੈਂ ਉਹਨੂੰ ਸਮਝਾਂ ਕਿ yes I will not do it again। ਠੀਕ ਹੈ ਸਚਲਿਨ? हाँ जी। ਠੀਕ ਹੈ ਜੀ, ਥੈਂਕ ਯੂ ਬੇਟੇ। ਹਾਂਜੀ, ਐਨੀਵਨ ਐਲਸ ਜੀ, ਕਿਸੇ ਨੇ ਕੁਝ ਹੋਰ ਐਡ ਕਰਨਾ ਜੀ? ਐਨੀਵਨ ਐਲਸ? ਜਪਲੀਨ ਕੌਰ ਜੀ, ਤੁਸੀਂ ਕੁਝ ਐਡ ਕਰੋਗੇ? ਹਾਂਜੀ, ਮੈਂ ਐਡ ਕਰਾਂਗੀ। ਮੈਂ ਇੱਕ ਵਾਰੀ ਮੈਂ ਪਾਪਾ ਦਾ ਫੋਨ ਲਿਆ ਸੀ ਤੇ ਮੈਂ ਟਰਾਈ ਕਰਦੀ ਪਈ ਸੀ ਪਿਨ ਨੰਬਰ ਟਰਾਈ ਕਰਦੀ ਪਈ ਸੀ ਸਕਸੀਡ ਕਰਨ ਵਾਸਤੇ ਤੇ ਮੇਰੇ ਹੋ ਗਿਆ। ਤੇ ਫਿਰ ਜਦੋਂ ਮੇਰੇ ਪਾਪਾ ਨੂੰ ਪਤਾ ਲੱਗਿਆ, ਉਹ ਪਾਪਾ ਹੈਪੀ ਨਹੀਂ ਹੁੰਦੇ, ਪਾਪਾ ਹੈਪੀ ਨਹੀਂ ਸੀ ਤੇ ਪਾਪਾ ਨੇ ਪਾਸਪੋਰਟ ਚੇਂਜ ਕਰਤਾ ਸੀ। ਫਿਰ ਮੈਨੂੰ ਪਤਾ ਲੱਗਿਆ ਮੈਂ ਐਵੇਂ ਪਾਪਾ ਦਾ ਫੋਨ ਨਹੀਂ ਫੜ ਸਕਦੀ ਤੇ ਜੇ ਮੈਂ ਫੜਾਂਗੀ ਮੈਨੂੰ ਕੌਨਸੀਕੁਐਂਸ ਮਿਲੇਗੀ। ਹੈ ਨਾ, ਠੀਕ ਹੈ ਜੀ, ਵੈਰੀ ਗੁੱਡ। ਹੈ ਨਾ, ਤੁਸੀਂ ਐਟਲੀਸਟ ਅਸੀਂ ਐਕਸੈਪਟ ਕਰ ਲਿਆ ਕਿ ਮੈਂ ਗਲਤੀ ਕੀਤੀ ਹੈ ਤੇ ਆਈ ਸ਼ੁੱਡ ਨਾਟ ਡੂ ਇਟ ਅਗੇਨ। ਠੀਕ ਹੈ ਜੀ, ਥੈਂਕ ਯੂ, ਵੈਰੀ ਗੁੱਡ। ਹੈ ਨਾ, ਇਹ ਦਿਸ ਇਜ਼ ਵਾਟ ਮਾਈ ਗੁੱਡ ਵੌਇਸ ਇਜ਼ ਟੈਲਿੰਗ ਮੀ। ਇਹ ਨਹੀਂ ਹੈ ਕਿ ਵੀ ਆਪਾਂ ਕਦੇ ਲਾਈਫ ਵਿੱਚ ਕਦੇ ਵੀ ਕੁਝ ਵੀ ਗਲਤ ਕੰਮ ਨਹੀਂ ਕਰਾਂਗੇ। ਹੈ ਨਾ, ਵੀ ਆਰ ਆਲ ਹਿਊਮਨ ਬੀਇੰਗਸ ਐਂਡ ਵੀ ਆਲ ਮੇਕ ਮਿਸਟੇਕਸ। ਅਸੀਂ ਕੋਸ਼ਿਸ਼ ਇਹੀ ਕਰਨੀ ਹੈ ਐਵਰੀ ਡੇ, ਐਵਰੀ ਵੀਕ ਔਨ ਥਰੂ ਆਵਰ ਲੈਸਨਸ ਕਿ ਵੀ ਆਪਾਂ ਇੱਥੇ ਬੈਠੇ ਹਾਂ ਸਾਰੇ ਇਕੱਠੇ, ਇੱਕ ਦੂਜੇ ਕੋਲੋਂ ਡਿਫਰੈਂਟ ਐਗਜ਼ਾਮਪਲਸ ਸਮਝ ਕੇ ਅਸੀਂ ਇਹਨੂੰ ਆਪਣੀ ਲਾਈਫ ਦਾ ਪਾਰਟ ਬਣਾਈਏ ਕਿ ਮੈਂ ਜਿਹੜਾ ਹਮੇਸ਼ਾ all the time I should be listening to the good voice, and the thing which is called bad voice or in Gurbani's language man should not exist in my life. That is the target where we are heading. We want to be there, but it will take time। ਹੌਲੀ reminders ਦੇ ਕੇ ਅਸੀਂ ਆਪਣੇ ਆਪ ਨੂੰ ਅਸੀਂ ਆਪਣੇ final step ਵੱਲ ਲੈ ਕੇ ਜਾਣਾ ਹੈ so that we can be a better human beings। ਠੀਕ ਹੈ? ਹਾਂਜੀ, ਅੰਗਦ ਸਿੰਘ ਜੀ, ਤੁਸੀਂ ਬੇਟੇ ਕੁਝ ਕਰਨਾ ਚਾਹ ਰਹੇ ਸੀ ਕੰਟਰੀਬਿਊਟ? ਇੱਕ ਦਿਨ ਮੈਂ ਪਾਰਕ ਗਿਆ ਸੀ, ਕੋ ਬੁਲੀਜ਼ ਆਈ ਸੀ, ਉਹਨਾਂ ਨੇ ਮੈਨੂੰ ਪਰਪਸਲੀ ਕਿਕ ਕੀਤਾ। ਫਿਰ ਮੇਰਾ ਗੁੱਡ ਵੌਇਸ ਕਹਿ ਰਿਹਾ ਸੀ ਨਾ ਕਿਕ ਕਰੋ ਬੈਕ, ਇੱਕ ਮੇਰਾ ਬੈਡ ਵੌਇਸ ਕਹਿ ਰਿਹਾ ਸੀ ਕਿਕ ਕਰੋ ਬੈਕ। ਇੱਕ ਮੈਂ ਲਿਸਨ ਕੀਤਾ ਗੁੱਡ ਵੌਇਸ ਨੂੰ and I just told off them and ignored them। ਠੀਕ ਹੈ, ਠੀਕ ਹੈ ਨਾ, ਦੈਟਸ ਵੈਰੀ ਗੁੱਡ। ਦੇਖੋ, ਇੱਕ ਹੋਰ ਚੀਜ਼ ਹੈਗੀ, ਆਈ ਥਿੰਕ ਮੈਨੂੰ ਲੱਗਦਾ ਕਿ ਮੈਨੂੰ ਮੈਂਸ਼ਨ ਕਰ ਦੇਣੀ ਚਾਹੀਦੀ ਹੈ ਕਿ ਵੀ ਇਟਸ ਅ ਵੈਰੀ ਗੁੱਡ ਥਿੰਗ ਟੂ ਇਗਨੋਰ ਦੋਜ਼ ਥਿੰਗਸ, but it is also very important to inform someone who is elder present there that this is happening so that ਉਹ ਜਿਹੜੇ bullies or bad group ਹੈ ਉਹ ਕਿਸੇ ਹੋਰ ਨਾਲ ਸੇਮ ਚੀਜ਼ ਰਿਪੀਟ ਨਹੀਂ ਕਰਨ। ਠੀਕ ਹੈ? ਇੱਕ ਪਾਰਟ ਆਫ ਮਾਈ ਰਿਸਪੌਂਸਿਬਿਲਿਟੀ ਹੈ ਕਿ ਵੀ yes I should not be acting like someone else who is listening to the bad voice। ਮੈਨੂੰ ਹਮੇਸ਼ਾ ਇਹ ਵਾਲਾ ਚੈਲੰਜ ਆਂਦਾ ਹੀ ਰਹੇਗਾ ਕਿ ਵੀ there will be lots of times ਮੈਨੂੰ ਆਲੇ ਦੁਆਲੇ ਮੇਰੇ ਭੈਣ ਭਰਾ ਜਾਂ ਦੋਸਤ ਜਾਂ ਇੱਦਾਂ ਪਾਕ ਵਾਲੇ ਇਨਸੀਡੈਂਟਸ ਇੱਦਾਂ ਦੇ ਸਮੇਂ ਆਉਣਗੇ ਜਦੋਂ ਮੇਰੇ ਆਲੇ ਦੁਆਲੇ lots of people will be listening to their bad voice ਤੇ ਉਹਨੂੰ ਫੋਲੋ ਕਰ ਰਹੇ ਹੋਣਗੇ, ਬਟ ਮੈਂ ਉਹਨਾਂ ਨੂੰ ਦੇਖ ਕੇ ਕਿ ਵੀ they are following their bad voice, ਮੈਂ I should not follow them। ਮੈਨੂੰ ਆਪਣੀ ਜਿਹੜੀ ਜੋਤ ਦੀ ਵੌਇਸ ਨੂੰ, ਗੁੱਡ ਵੌਇਸ ਨੂੰ ਹਮੇਸ਼ਾ ਸੁਣਦੇ ਰਹਿਣਾ ਹੈ ਔਰ ਆਪਣੇ ਆਪ ਨੂੰ ਰਿਮਾਈਂਡਰ ਦਿੰਦੇ ਰਹਿਣਾ ਹੈ ਕਿ ਵੀ ਮੈਂ ਗੁੱਡ ਵੌਇਸ ਨੂੰ ਹੀ ਲਿਸਨ ਕਰਨਾ ਹੈ, ਬੈਡ ਵੌਇਸ ਨੂੰ ਲਿਸਨ ਨਹੀਂ ਕਰਨਾ। ਠੀਕ ਹੈ? ਬਿਲਕੁਲ ਮੇਕ ਸ਼ੋਰ ਕਰਨਾ ਹੈ, ਬਟ ਅਸੀਂ ਇਹ ਵੀ ਮੇਕ ਸ਼ੋਰ ਕਰਨਾ ਹੈ ਕਿ ਅਸੀਂ ਆਪਣੇ ਐਲਡਰਸ ਨੂੰ ਇਨਫੋਰਮ ਕਰ ਦਈਏ ਤਾਂ ਕਿ ਦਿਸ ਸ਼ੁੱਡ ਨਾਟ ਹੈਪਨ ਟੂ ਐਨੀਵਨ ਐਲਸ ਔਰ ਇਟ ਸ਼ੁੱਡ ਨਾਟ ਗੈਟ ਰਿਪੀਟਡ ਟੂ ਮੀ ਅਗੇਨ। ਠੀਕ ਹੈ? ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਆਪਣੇ ਐਲਡਰਸ ਨੂੰ ਇਨਫੋਰਮ ਜ਼ਰੂਰ ਕਰਨਾ ਹੈ ਕੋਈ ਵੀ ਐਸ ਸੱਚ ਇਨਸੀਡੈਂਟ ਹੋ ਜਾਂਦਾ ਜੇ ਕਦੇ ਵੀ ਸਾਡੇ ਨਾਲ ਲਾਈਫ ਵਿੱਚ।
ठीक है जी। ਓਕੇ ਐਕਸੀਲੈਂਟ। ਤੇ ਅਸੀਂ ਫਿਰ ਜਿਹੜਾ ਨਾ ਆਪਣੀ ਜਿਹੜੀ ਹੈ ਸਾਡੀ ਹੁਣ ਲਾਸਟ ਸਲਾਈਡ ਹੈਗੀ ਹੈ ਇੱਕ ਹੋਰ ਅੱਜ ਦੀ, ਆਪਾਂ ਉਹਦੇ ਤੇ ਥੋੜਾ ਜਿਹਾ ਟਾਈਮ ਲਗਾਉਂਦੇ ਆ ਬਿਫੋਰ ਵੀ ਜਿਹੜਾ ਉਹ ਅੱਜ ਦੀ ਕਲਾਸ ਦੀ ਫਤਿਹ ਬੁਲਾਵਾਂਗੇ। ਵੀਰ ਜੀ ਤੁਸੀਂ ਸਲਾਈਡ ਨੰਬਰ ਜਿਹੜੀ ਹੈ ਨੈਕਸਟ ਵਨ ਉਹ ਕਰ ਦੋਗੇ ਜੀ ਸ਼ੇਅਰ? ਹਾਂਜੀ, ਇੱਕ ਮਿੰਟ ਵੀਰ ਜੀ। ਹਾਂਜੀ ਹਾਂਜੀ ਕੋਈ ਬੱਚਾ ਪੜ੍ਹ ਦੇਗਾ ਜੀ ਪੰਕਤੀ ਜਿਹੜੀ ਲਿਖੀ ਹੋਈ ਹੈ, ਕਿਸੇ ਨੂੰ ਜੇ ਪੜ੍ਹਨੀ ਆਉਂਦੀ ਹੈ ਗੁਰਮੁਖੀ ਦਾ? ਕੋਈ ਵੀ ਪ੍ਰੈਜ਼ੈਂਟ ਹੈਗੇ ਜੀ ਸਾਡੇ ਕੋਲ ਬੱਚਾ? मैं पढ़ सकती हूँ। ਹਾਂਜੀ ਬੇਟੇ। सब में जोत जोत है सोए, तिस दे जानन जानन सब में चानन होए। ਐਕਸਲੈਂਟ, ਥੈਂਕ ਯੂ ਜਸਮੇਰ ਕੌਰ ਜੀ, ਵੈਰੀ ਗੁੱਡ। ਹਾਂਜੀ ਤੇਜਵੀਰ ਸਿੰਘ ਜੀ ਤੁਸੀਂ ਇਹ ਪੜ੍ਹੋਗੇ ਇੰਗਲਿਸ਼ ਥੱਲੇ? ਹਾਂਜੀ ਮਨਵੀਰ ਤੁਸੀਂ ਪੜ੍ਹ ਦਿਓ ਬੇਟੇ। As per Gurbani, Jyoth within all of us exactly the same, and it possesses exactly the same properties, guiding all of us in exactly the same manner. ਠੀਕ ਹੈ ਓਕੇ ਜੀ। ਇਹਨੂੰ ਆਪਾਂ ਹੋਰ ਥੋੜਾ ਜਿਹਾ ਇਹਨੂੰ ਸਿੰਪਲ ਕਰਨਾ ਹੋਏ। ਥੈਂਕ ਯੂ ਮਨਵੀਰ ਸਿੰਘ ਜੀ ਰੀਡ ਕਰਨ ਵਾਸਤੇ, ਹੈ ਨਾ। ਇਹਨੂੰ ਦੇਖੋ ਸਾਡੇ ਕੋਲ ਗੁਰਬਾਣੀ ਦੀ ਪੰਕਤੀ ਹੈਗੀ ਹੈ ਕੀ ਸਾਨੂੰ ਗਾਈਡ ਕਰ ਰਹੀ ਹੈ ਕਿ ਜਿਹੜੀ ਗੁੱਡ ਵੌਇਸ ਹੈਗੀ ਹੈ ਨਾ ਉਹ ਸਾਡੇ ਸਾਰਿਆਂ ਦੇ ਵਿੱਚ ਸੇਮ ਹੈਗੀ ਹੈ। ਜਿੰਨੇ ਵੀ ਤੁਸੀਂ ਹੁਣ ਸਾਰੇ ਬੱਚਿਆਂ ਨੇ ਲਾਸਟ ਵੀਕ ਹੋਮਵਰਕ ਕੀਤਾ ਨਾ ਉਹਦੇ ਵਿੱਚ ਵੀ ਆਪਾਂ ਇਹੀ ਸਿੱਖਿਆ ਕਿ ਵੀ ਜਿਹੜੀ ਗੁੱਡ ਵੌਇਸ ਹੈਗੀ ਹੈ ਉਹ ਸਾਨੂੰ ਹਮੇਸ਼ਾ ਇੱਕ ਅੱਛਾ ਇਨਸਾਨ, ਅੱਛਾ ਬੱਚਾ ਬਣਨ ਵਾਸਤੇ ਜਿਹੜਾ ਹੈ ਉਹ ਮੋਟੀਵੇਟ ਕਰਦੀ ਰਹਿੰਦੀ ਹੈ। ਸਾਨੂੰ ਹਮੇਸ਼ਾ ਹੀ ਉਹ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਕਿ ਵੀ ਮੈਂ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹੜਾ ਮੇਰੇ ਕੋਲੋਂ ਐਕਸਪੈਕਟਡ ਨਹੀਂ ਹੈਗਾ, ਹੈ ਨਾ। ਹਰ ਵੇਲੇ ਮੈਨੂੰ ਇਹ ਚੀਜ਼ ਯਾਦ ਕਰਾਣੀ, ਹਰ ਵੇਲੇ ਆਪਣੇ ਆਪ ਨੂੰ ਦੱਸਣਾ, ਇੱਕ ਗੁੱਡ ਵੌਇਸ ਜਿਹੜੀ ਹੈ ਉਹ ਕਰਦੀ ਰਹਿੰਦੀ ਹੈ। ਸੋ ਗੁਰਬਾਣੀ ਕੀ ਕਹਿ ਰਹੀ ਹੈ? ਸਾਡੇ ਸਾਰਿਆਂ ਕੋਲ ਸੇਮ ਗੁੱਡ ਵੌਇਸ ਹੈਗੀ ਹੈ। ਸੋ ਕਈ ਬੱਚਿਆਂ ਦਾ ਪਹਿਲਾਂ ਵੀ ਕੁਐਸਚਨ ਸੀਗਾ ਕਿ ਵੀ ਮੈਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਵੀ ਦੂਸਰਾ ਕੋਈ ਵੀ ਬੰਦਾ ਉਹ ਗੁੱਡ ਵੌਇਸ ਨੂੰ ਲਿਸਨ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ, ਹੈ ਨਾ। ਸਾਡੇ ਸਾਰਿਆਂ ਕੋਲ ਸੇਮ ਹੈ। ਜੇ ਮੈਂ ਆਪਣੇ ਆਪ ਨੂੰ ਟ੍ਰੇਨ ਕਰ ਲਾਂਗਾ ਕਿ ਵੀ ਮੈਂ ਹਮੇਸ਼ਾ ਗੁੱਡ ਵੌਇਸ ਨੂੰ ਲਿਸਨ ਕਰਨਾ ਹੈ ਤੇ ਗੁੱਡ ਵੌਇਸ ਦੇ ਆ ਸਾਰੇ ਸਾਈਨਸ ਹੁੰਦੇ ਨੇ। ਮੈਂ ਕਾਮ ਰਹਿਣਾ, ਮੈਂ ਐਂਗਰੀ ਨਹੀਂ ਹੋਣਾ, ਮੈਂ ਸੈਲਫ ਰਿਫਲੈਕਟ ਕਰਨਾ ਹੈ, ਮੈਂ ਨੀਡ ਤੇ ਫੋਕਸ ਕਰਨਾ ਹੈ ਨਾ। ਅਸੀਂ ਸਾਰੇ ਪੁਆਇੰਟਸ ਪਿਛਲੀ ਸਲਾਈਡ ਵਿੱਚ ਡਿਸਕਸ ਕੀਤੇ ਸੀਗੇ। ਜੇ ਮੈਂ ਆਪਣੇ ਆਪ ਨੂੰ ਇੰਨਾ ਟ੍ਰੇਨ ਕਰ ਲਾਂਗਾ ਕਿ ਵੀ ਮੈਂ ਗੁੱਡ ਵੌਇਸ ਨੂੰ ਲਿਸਨ ਕਰਾਂਗਾ, ਮੈਨੂੰ ਪਤਾ ਚੱਲ ਜਾਏਗਾ ਕਿ ਇਫ ਆਈ ਐਮ ਲਿਸਨਿੰਗ ਟੂ ਦ ਗੁੱਡ ਵੌਇਸ ਤਾਂ ਮੈਨੂੰ ਪਤਾ ਹੋਏਗਾ ਕਿ ਇਫ ਸਮਨ ਐਲਸ ਇਜ਼ ਡੂਇੰਗ ਦ ਸੇਮ ਔਰ ਨੋਟ। ਠੀਕ ਹੈ। ਅਗੇਨ ਮੈਂ ਜ਼ਰੂਰ ਮੈਂਸ਼ਨ ਕਰਨਾ ਹੈ ਕਿ ਵੀ ਮੇਰਾ ਕੰਮ ਇਹ ਨਹੀਂ ਹੈ ਕਿ ਉੱਥੇ ਧਿਆਨ ਕਰਨਾ ਕਿ ਵੀ ਆਈ ਸ਼ੁੱਡ ਟੈਲ ਅਦਰਸ ਟੂ ਲਿਸਨ ਟੂ ਦ ਗੁੱਡ ਵੌਇਸ। ਮੇਰਾ ਕੰਮ ਹੈ ਸਿਰਫ ਆਪਣੇ ਆਪ ਵੱਲ ਧਿਆਨ ਕਰਨਾ। ਆਈ ਸ਼ੁੱਡ ਆਲਵੇਜ਼ ਬੀ ਲਿਸਨਿੰਗ ਟੂ ਦ ਗੁੱਡ ਵੌਇਸ। ਮੈਂ ਦੂਜੇ ਬੰਦਿਆਂ ਨੂੰ ਜਾ ਕੇ ਇਹ ਵਾਲੀ ਜਿਹੜੀ ਹੈ ਨਹੀਂ ਸ਼ੇਅਰ ਕਰ ਸਕਦਾ ਟੀਚਿੰਗ। ਹਾਂ ਤੁਸੀਂ ਡੈਫੀਨੇਟਲੀ ਜਾ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਹੋ। ਇਫ ਸਮਨ ਇਜ਼ ਆਸਕਿੰਗ ਯੂ ਕਿ ਭਾਈ ਹਾਊ ਆਰ ਯੂ ਲਿਸਨਿੰਗ ਟੂ ਦ ਗੁੱਡ ਵੌਇਸ ਆਲ ਦ ਟਾਈਮ, what have you done, how have you trained yourself, then we can go and share. but ਜੇ ਅਸੀਂ ਜਾ ਕੇ ਲੋਕਾਂ ਨੂੰ ਧਿਆਨ ਕਰਾਂਗੇ ਹਰ ਵੇਲੇ ਸਾਡੇ ਮਾਈਂਡ ਵਿੱਚ ਇਹ ਰਨ ਕਰੇਗਾ ਕਿ someone else around me is not listening to the good voice, then that will stop me to improve any further, ਕਿਉਂਕਿ ਮੇਰਾ ਧਿਆਨ ਆਪਣੇ ਆਪ ਤੋਂ ਹਟ ਕੇ ਕਿਸੇ ਹੋਰ ਵੱਲ ਚਲਾ ਜਾਏਗਾ। ਸੋ ਵੀ ਵਾਂਟ ਟੂ ਮੇਕ ਸ਼ੋਰ ਕਿ ਅਸੀਂ ਆਪਣੇ ਵੱਲ ਦੇਖੀਏ। ਸਾਨੂੰ ਗੁਰਬਾਣੀ ਦੀ ਜਿਹੜੀ ਪੰਕਤੀਆਂ ਨੇ ਉਹ ਕੀ ਗਾਈਡ ਕਰ ਰਹੀਆਂ ਨੇ? ਸਾਰਿਆਂ ਕੋਲ ਸੇਮ ਗੁੱਡ ਵੌਇਸ ਹੈ। ਇਹ ਨਹੀਂ ਹੈ ਕਿ ਵੀ ਦਿਵਨੈਨ ਕੋਲ ਡਿਫਰੈਂਟ ਗੁੱਡ ਵੌਇਸ ਹੈ ਐਂਡ ਬਾਣੀ ਕੋਲ ਗੁੱਡ ਵੌਇਸ ਡਿਫਰੈਂਟ ਹੈ। ਦੈਟ ਇਜ਼ ਨਾਟ ਦੀ ਕੇਸ। ਦੋਨਾਂ ਕੋਲ ਗੁੱਡ ਵੌਇਸ ਬਿਲਕੁਲ ਸੇਮ ਹੈਗੀ ਹੈ।
ਉਹ ਗੁੱਡ ਵੌਇਸ ਦਾ ਕੰਮ ਕੀ ਹੈ, what it is doing. If we train ourselves, if we continue to listen to the good voice, it will help me to overcome जिन्ने भी मेरे mental challenges ने. गुरबानी कह रही है मेरी ਜਿਹੜੀ darkness of mental challenges ਨੇ, ਜੇ ਮੈਂ ਉਹਨਾਂ ਨੂੰ ਓਵਰਕਮ ਕਰਨਾ ਹੈ ਤੇ ਲਾਈਟ ਵੱਲ ਜਾਣਾ ਹੈ ਤਾਂ ਮੈਨੂੰ ਕਨਸਟੈਂਟਲੀ ਜਿਹੜੀ ਗੁੱਡ ਵੌਇਸ ਹੈ ਉਹਨੂੰ ਲਿਸਨ ਕਰਨਾ ਪਏਗਾ. ਤਾਂ ਇਹ ਜਿਹੜਾ ਹੈ ਸਾਨੂੰ ਗੁਰਬਾਣੀ ਦੀ ਗਾਈਡੈਂਸ ਹੈਗੀ ਹੈ. ਆਪਾਂ ਪਿਛਲੀਆਂ ਬੜੀਆਂ ਸਾਰੀਆਂ ਸਲਾਈਡਾਂ ਦੇ ਵਿੱਚ ਬੜੇ ਸਾਰੇ ਡਿਫਰੈਂਟ ਐਗਜ਼ਾਮਪਲਸ ਨਾਲ ਸਮਝੇ ਸੀਗੇ ਤੇ ਲੈਟਸ ਸੇ ਆਪਾਂ ਜੇ 5 ਮਿੰਟ ਹੋਰ ਕੁਐਸਚਨ ਕਰ ਸਕਦੇ ਹਾਂ ਹਲੇ ਟੂ ਮੇਕ ਸ਼ੋਰ ਕਿ ਸਾਨੂੰ ਇਹ ਪੰਕਤੀ ਚੰਗੀ ਤਰ੍ਹਾਂ ਸਮਝ ਆ ਗਈ ਹੈ ਤੇ ਤਾਂ ਕਿ ਆਪਾਂ ਇਹ ਫਿਰ ਜਦੋਂ ਨੈਕਸਟ ਟਾਈਮ ਆਵਾਂਗੇ ਤਾਂ ਅਸੀਂ ਫਿਰ ਇਸ ਪੰਕਤੀ ਤੋਂ ਦੁਬਾਰਾ ਇੱਕ ਵਾਰੀ ਸ਼ੁਰੂ ਕਰਾਂਗੇ. ਤੇ ਹਾਂਜੀ ਮਨਵੀਰ ਸਿੰਘ ਜੀ ਬੇਟੇ ਦੱਸ ਦਿਓ ਕੀ ਕੁਐਸਚਨ ਹੈ. मैं हैंड लोअर करना पहले आप भूल गया सी, सॉरी. ਠੀਕ ਹੈ ਜੀ. ਹਾਂਜੀ ਆਈ ਵਾਂਟ ਟੂ ਮੇਕ ਸ਼ੋਰ ਕਿ ਵੀ ਸਾਰੇ ਬੱਚਿਆਂ ਨੂੰ ਸਮਝ ਆ ਗਈ ਹੈ ਜੀ ਇਹ ਪੰਕਤੀ ਜੋ ਆਪਾਂ ਹੁਣ ਮੈਂ ਸ਼ੇਅਰ ਵੀ ਕੀਤਾ ਸੀ. ਐਨੀ ਕੁਐਸਚਨਸ ਜਾਂ ਕੋਈ ਵੀ ਕਮੈਂਟ ਕਰਨਾ ਹੈ ਕਿਸੇ ਬੱਚੇ ਨੇ ਤਾਂ ਪਲੀਜ਼ ਮੈਨੂੰ ਦੱਸ ਦਿਓ ਹੁਣ ਤਾਂ ਕਿ ਆਪਾਂ ਇਹ ਸਮਝ ਲਈਏ ਕਿ ਵੀ ਸਾਨੂੰ ਇਹ ਗੱਲ ਸਮਝ ਆ ਗਈ ਵੀ ਸਾਨੂੰ ਗੁਰਬਾਣੀ ਕੀ ਗਾਈਡ ਕਰ ਰਹੀ ਹੈ. ਆਈ ਡੋਂਟ ਵਾਂਟ ਟੂ ਮੇਕ ਹੈਵ ਕਿ ਵੀ ਇੱਦਾਂ ਦਾ ਕੋਈ ਵੀ ਸਾਨੂੰ ਡਾਊਟ ਰਹਿ ਜੇ ਸਾਡੇ ਹੋਮਵਰਕ ਵਿੱਚ ਅੱਗੋਂ ਆਉਣ ਵਾਸਤੇ ਸਾਨੂੰ ਪ੍ਰੋਬਲਮ ਆਵੇ ਫਿਰ. ਉਹ presentation ਕਹਿ ਰਹੀ ਹੈ presentation Gurmukh session and then it just is a black screen. ਬੇਟੇ ਉੱਥੇ ਨਾ ਇੱਕ ਨਾ ਪਿਕਚਰ ਹੈਗੀ ਹੈ ਬਲੈਕ ਸਕਰੀਨ ਹੈਗੀ ਹੈ ਲੇਕਿਨ ਉਹਦੇ ਵਿੱਚ ਇੱਕ ਪਿਕਚਰ ਹੈਗੀ ਹੈ ਜਿਹਦੇ ਵਿੱਚ ਸਾਡੇ ਕੋਲ ਇੱਕ ਗੁਰਬਾਣੀ ਦੀ ਪੰਕਤੀ ਹੈਗੀ ਹੈ ਜਿਹੜੀ ਹੁਣੇ ਜਸਮੇਨ ਕੌਰ ਜੀ ਨੇ ਪੜ੍ਹੀ ਸੀਗੀ. ਠੀਕ ਹੈ ਉਹਦੇ ਫਿਰ ਥੱਲੇ ਅਸੀਂ ਇੰਗਲਿਸ਼ ਦੇ ਵਿੱਚ ਉਹਦਾ ਥੋੜ੍ਹਾ ਜਿਹਾ ਟਰਾਂਸਲੇਟ ਕੀਤਾ ਸੀ ਬਟ ਮੈਂ ਹੁਣ ਐਕਸਪਲੇਨ ਵੀ ਕੀਤਾ ਉਹਦੇ ਬਾਰੇ. ਤੇ ਆਈ ਜਸਟ ਵਾਂਟ ਟੂ ਮੇਕ ਸ਼ੋਰ ਕਿ ਵੀ ਹੁਣ ਮੈਂ ਪਿਛਲੇ ਜਿਹੜੀ 2-3 ਮਿੰਟਾਂ ਵਿੱਚ ਗੱਲ ਕੀਤੀ ਸੀਗੀ ਤੇਜਵੀਰ ਸਿੰਘ ਜੀ ਕਿ ਵੀ ਸਾਡੇ ਸਾਰਿਆਂ ਕੋਲ ਸੇਮ ਗੁੱਡ ਵੌਇਸ ਹੈ ਔਰ ਉਹ ਗੁੱਡ ਵੌਇਸ ਸਾਨੂੰ ਕੀ ਕਰ ਰਹੀ ਹੈ ਸਾਡੇ ਮੈਂਟਲ ਚੈਲੰਜਸ ਨੂੰ ਓਵਰਕਮ ਕਰਨ ਵਿੱਚ ਹੈਲਪ ਕਰ ਰਹੀ ਹੈ. ਜਿੱਥੇ ਵੀ ਮੈਂ ਇਹ ਗੱਲ ਨੂੰ ਸਮਝਾਂਗਾ ਕਿ ਵੀ ਮੈਂ ਹੁਣ ਗੁੱਡ ਵੌਇਸ ਨੂੰ ਲਿਸਨ ਕਰ ਰਿਹਾ ਤਾਂ ਮੈਨੂੰ ਕੀ ਆਊਟਕਮ ਮਿਲ ਰਿਹਾ. ਜਿਵੇਂ ਤੁਸੀਂ ਹੁਣ ਐਗਜ਼ਾਮਪਲ ਸ਼ੇਅਰ ਕੀਤਾ ਸੀ ਕਿ ਤੁਹਾਨੂੰ ਇੱਕ ਗੁੱਡ ਵੌਇਸ ਨੂੰ ਲਿਸਨ ਕੀਤਾ ਓਲਡ ਪੈਨਸਿਲ ਬਾਕਸ ਵਿੱਚੋਂ ਚਾਕਲੇਟ ਮਿਲਿਆ ਤੁਸੀਂ ਉਹਨੂੰ ਆਪਣੇ ਫੈਮਿਲੀ ਨਾਲ ਸ਼ੇਅਰ ਕੀਤਾ ਕਿ ਆਈ ਫਾਊਂਡ ਦਿਸ ਥਿੰਗ ਹੈ ਨਾ. ਤੁਸੀਂ ਨੋਟਿਸ ਕੀਤਾ ਹੋਏਗਾ ਕਿ ਵੀ ਉਹਨੇ ਕੀ ਕੀਤਾ ਉਹਨੇ ਤੁਹਾਨੂੰ ਬੜਾ ਕੰਫਰਟ এনवायरमेंट ਕ੍ਰੀਏਟ ਕੀਤਾ ਤੁਹਾਡੇ ਘਰ ਵਿੱਚ. ਸਾਰੇ ਪੇਰੈਂਟਸ ਵੀ ਖੁਸ਼ ਹੋ ਜਾਣਗੇ ਤੁਸੀਂ ਵੀ ਬਹੁਤ ਅੱਛਾ ਫੀਲ ਕੀਤਾ ਕਿ ਯੈਸ ਓਕੇ ਆਈ ਹੈਵ ਡਨ ਸਮਥਿੰਗ ਗੁੱਡ ਬਾਈ ਸ਼ੇਅਰਿੰਗ ਦਿਸ ਰਾਦਰ ਦੈਨ ਇਗਨੋਰਿੰਗ ਇਟ ਕਿ ਜਾ ਕੇ ਮੈਂ ਆਪਣੇ ਕਮਰੇ 'ਚ ਬੈਠ ਕੇ ਚਾਕਲੇਟ ਖਾ ਲੈਂਦਾ ਤਾਂ ਉਹ ਮੈਨੂੰ ਉਹ ਖੁਸ਼ੀ ਨਹੀਂ ਸੀ ਮਿਲਣੀ ਹੈ ਨਾ. ਇਜ਼ ਦੈਟ ਰਾਈਟ ਤੇਜਵੀਰ ਸਿੰਘ? ਹਾਂਜੀ ਪਰ was you feeling good at that time ਜਦੋਂ ਤੁਸੀਂ ਸ਼ੇਅਰ ਕੀਤਾ? yeah but on the screen there's just a black screen. Okay, just say the presentation ਬੰਦ ਹੋ ਗਈ ਹੈ. ਉਹ presentation ਬੰਦ ਹੋ ਗਈ. ਠੀਕ ਹੈ ਬੇਟੇ ਕੋਈ ਗੱਲ ਨਹੀਂ ਉਹਨੂੰ ਅਸੀਂ ਹੁਣੇ ਦੁਬਾਰਾ ਇੱਕ ਵਾਰੀ ਜਿਹੜਾ ਉਹ ਪ੍ਰੈਜ਼ੈਂਟ ਕਰ ਦਾਂਗੇ. ਮੈਨੂੰ ਹੋਰ ਵੀ ਕਿਸੇ ਨੂੰ ਆ ਰਹੀ ਹੈ ਜੀ ਪ੍ਰੋਬਲਮ ਸਕਰੀਨ ਬਲੈਂਕ ਦਿਖ ਰਹੀ ਹੈ? is there anyone else ਕਿ ਵੀ ਤੇਜਵੀਰ ਸਿੰਘ ਨੇ ਜੀ ਜਸਮੇਨ ਕੌਰ ਜੀ ਦਿਖ ਰਹੀ ਹੈ ਤੁਹਾਨੂੰ ਸਕਰੀਨ? ਹਾਂਜੀ ਮੈਨੂੰ ਦਿਖ ਰਹੀ ਹੈ ਕਲੀਅਰ. ਠੀਕ ਹੈ ਜੀ. ਹਾਂਜੀ ਆਈ ਥਿੰਕ ਤੇਜਵੀਰ ਸਿੰਘ ਫਿਰ ਨਾ ਕੋਈ ਹੋਰ ਐਂਡ ਤੁਹਾਡੇ ਪ੍ਰੋਬਲਮ ਆਏਗੀ ਬਟ ਦੈਟ ਇਜ਼ ਓਕੇ. ਸਾਡੇ ਕੋਲ ਓਨਲੀ ਜਸਟ 5 ਮਿੰਟਸ ਹੈਗੇ ਨੇ ਸੋ ਆਪਾਂ ਕੁਇਕਲੀ ਲੈਟਸ ਨਾਟ ਗੋ ਦੇਅਰ ਕਿਉਂਕਿ ਮੈਂ ਐਕਸਪਲੇਨ ਕਰ ਹੀ ਦਿੱਤਾ. ਠੀਕ ਹੈ ਉੱਥੇ ਸਿਰਫ ਇੱਕ ਪੰਕਤੀ ਸਾਡੇ ਕੋਲ ਹੈਗੀ ਹੈ ਮੈਂ ਦੁਬਾਰਾ ਰਿਪੀਟ ਕਰ ਦਿੰਦਾ. ਸਭ ਮੈਂ ਹੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ. ਠੀਕ ਹੈ ਸੋ ਕੀ ਕਹਿ ਰਹੀ ਹੈ ਗੁਰਬਾਣੀ ਕਿ ਵੀ ਜੇ ਅਸੀਂ ਸਾਰਿਆਂ ਕੋਲ ਸੇਮ ਗੁੱਡ ਵੌਇਸ ਹੈ ਉਸ ਗੁੱਡ ਵੌਇਸ ਨੂੰ ਜੇ ਅਸੀਂ ਸਾਰੇ ਲਿਸਨ ਕਰਾਂਗੇ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਮੈਂਟਲ ਚੈਲੰਜਸ ਨੂੰ ਓਵਰਕਮ ਕਰਨ ਲਈ ਹੈਲਪ ਮਿਲੇਗੀ. ਠੀਕ ਹੈ ਸੋ ਹਾਂ ਠੀਕ ਹੈ ਸੋ ਦਿਸ ਇਜ਼ ਦਾ ਕਰੈਕਸ ਜਿਹੜਾ ਫਾਈਨਲ ਸਮ ਅਪ ਆਫ ਦੈਟ ਪੰਕਤੀ. ਤੇ ਐਨੀਥਿੰਗ ਐਲਸ ਦਿਵਨੈਨ ਤੁਸੀਂ ਕੁਝ ਸ਼ੇਅਰ ਕਰ ਸਕਦੇ ਹੋ ਇਹਦੇ 'ਚ ਕੋਈ ਐਗਜ਼ਾਮਪਲ? Is there any questions or any comment ਕੁਝ ਵੀ ਸ਼ੇਅਰ ਕਰ ਸਕਦੇ ਹੋ? ਮੇਰੇ ਕੋਲ ਐਗਜ਼ਾਮਪਲ ਨਹੀਂ ਹੈ ਕੋਈ. ਹਾਂਜੀ ਬੇਟੇ ਮੇਰੇ ਕੋਲ ਐਗਜ਼ਾਮਪਲ ਨਹੀਂ ਹੈ ਕੋਈ. ਠੀਕ ਹੈ ਜੀ ਬੇਟੇ ਠੀਕ ਹੈ ਠੀਕ ਹੈ ਥੈਂਕ ਯੂ. ਮੈਂ ਤੁਹਾਨੂੰ ਦੱਸਾਂ ਇੱਕ ਐਗਜ਼ਾਮਪਲ ਕੀ ਹੈਗਾ. ਦੇਖੋ
ਤੁਸੀਂ ਜਿਵੇਂ ਆਪਣੇ ਘਰ ਦੇ ਵਿੱਚ ਭੈਣ ਭਰਾ ਹੈਗੇ ਹੋ ਇਕੱਠੇ ਹੈ ਨਾ, ਜੇ ਤੁਸੀਂ ਗੁੱਡ ਵੌਇਸ ਨੂੰ ਲਿਸਨ ਕੀਤਾ ਹੈ ਔਰ ਤੁਹਾਡੇ ਭੈਣ ਔਰ ਭਰਾ ਜਾਂ ਕਿਸੇ ਨੇ ਤੁਹਾਡੇ ਨਾਲ, ਤੁਹਾਡੇ ਫਰੈਂਡ ਨੇ ਜਿਹਦੇ ਨਾਲ ਤੁਸੀਂ ਕੋਈ ਵੀ ਪਾਰਟਿਸਿਪੇਟ ਕਰ ਰਹੇ ਹੋ ਕਿਸੇ ਵੀ ਐਕਟੀਵਿਟੀ ਵਿੱਚ ਕਿਧਰੇ ਵੀ, ਤੇ ਉਹਨਾਂ ਨੇ ਵੀ ਗੁੱਡ ਵੌਇਸ ਨੂੰ ਲਿਸਨ ਕੀਤਾ ਹੈ, ਠੀਕ ਹੈ, ਤੇ ਫਿਰ ਉਹਦਾ ਕਨਸੀਕੁਐਂਸ ਕੀ ਹੋਏਗਾ? ਕੈਨ ਐਨੀਵਨ ਟੈਲ ਮੀ? ਦਰਸ ਕੌਰ ਜੀ। I'm sorry, I wasn't listening. What you say? Okay. ਦੇਖੋ ਮੈਂ ਕਹਿ ਰਿਹਾ ਕਿ ਵੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਵੀ ਜੇ ਸਾਰੇ ਅਸੀਂ ਇਕੱਠੇ ਰਲ ਕੇ ਜੇ ਅਸੀਂ ਸੇਮ ਗੁੱਡ ਵੌਇਸ ਨੂੰ ਲਿਸਨ ਕਰਦੇ ਹਾਂ ਤਾਂ ਫਿਰ what happens then, ਠੀਕ ਹੈ, ਸਾਨੂੰ ਆਊਟਕਮ ਕੀ ਮਿਲਦਾ ਉਹਦਾ। ਤੇ ਉਹਦੇ ਵਿੱਚ ਮੈਂ ਕੀ ਕਹਿ ਰਿਹਾ ਸੀ, ਜਿਵੇਂ ਤੁਸੀਂ ਵੀ ਗੁੱਡ ਵੌਇਸ ਨੂੰ ਫੋਲੋ ਕਰ ਰਹੇ ਹੋ, ਤੁਹਾਡੀ ਸਿਸਟਰ ਵੀ ਗੁੱਡ ਵੌਇਸ ਨੂੰ ਫੋਲੋ ਕਰ ਰਹੀ ਹੈ, then can you tell me what will be the outcome of that? Then we're all happy and there's nothing wrong as such. ਤੁਹਾਡਾ এনवायरमेंट ਕੰਫਰਟ ਹੋ ਗਿਆ, ਤੁਸੀਂ ਆਪਣੇ ਆਪ ਵੱਲ ਧਿਆਨ ਕਰ ਸਕਦੇ ਹੋ, ਆਪਣੀ ਸੈਲਫ ਇੰਪਰੂਵਮੈਂਟ ਵੱਲ ਫੋਕਸ ਕਰ ਸਕਦੇ ਹੋ, ਕਿਉਂਕਿ ਮੇਰੇ ਕੋਲ ਕੋਈ ਡਿਸਟਰੈਕਸ਼ਨ ਨਹੀਂ ਹੈ ਕਿ such and such is not listening to the good voice and it is disturbing me, ਹੈ ਨਾ? So we can all work together to improve ourselves ਜੇ ਅਸੀਂ ਸਾਰੇ ਇਹ ਗੱਲ ਨੂੰ ਧਿਆਨ ਕਰਾਂਗੇ, ਠੀਕ ਹੈ। This is what the Gurbani is guiding us ਕਿ ਵੀ ਸਾਨੂੰ ਸਾਰਿਆਂ ਨੂੰ ਧਿਆਨ ਕਰਨਾ ਹੈ, ਬਟ ਮੈਨੂੰ ਇੰਡੀਵਿਜੂਅਲੀ ਮੇਰਾ ਧਿਆਨ ਸਿਰਫ ਮੇਰੇ ਤੇ ਹੋਣਾ ਚਾਹੀਦਾ ਹੈ, not anyone else. Okay. ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਹਾਂਜੀ ਦਿਵਨੈਨ, ਤੁਹਾਡਾ ਹੈਂਡ ਰੇਜ਼ਡ ਹੈ ਬੇਟੇ। ਜਪਲੀਨ ਤੁਸੀਂ ਬੇਟੇ ਉਹ ਕੁਇਟ ਕਰਕੇ ਦੁਬਾਰਾ ਐਡ ਕਰ ਲਓ। ਆਈ ਥਿੰਕ ਕੁਆਇਟ ਅ ਲੋਟ ਆਫ ਪੀਪਲ ਕੈਨ ਲਿਸਨ ਟੂ ਮੀ, ਤੇ ਇੱਕ ਵਾਰੀ ਪਲੀਜ਼ ਐਗਜ਼ਿਟ ਕਰਕੇ ਦੁਬਾਰਾ ਲੌਗਇਨ ਕਰ ਲਓ। ਸੁਖਮਨੀ ਕੌਰ ਜੀ ਤੁਸੀਂ ਬਹੁਤ ਕੁਆਇਟ ਹੋ ਅੱਜ ਬੇਟੇ, ਤੁਸੀਂ ਕੁਝ ਕਰਨਾ ਹੈ ਐਡ? ਹੋਰ ਕੋਈ ਐਗਜ਼ਾਮਪਲ ਹੈਗਾ ਤੁਹਾਡੇ ਕੋਲ, ਸ਼ੇਅਰ ਕਰ ਸਕਦੇ ਹੋ? ਨਹੀਂ। ਤੁਹਾਨੂੰ ਸਮਝ ਆ ਗਿਆ ਸਾਰੀ ਆਪਾਂ ਜੋ ਗੱਲ ਕੀਤੀ ਅੱਜ? ਹਾਂਜੀ। ਤੁਸੀਂ ਕੋਈ ਐਗਜ਼ਾਮਪਲ ਦੱਸ ਸਕਦੇ ਹੋ ਅੱਜ ਆਪਾਂ ਕੀ ਡਿਸਕਸ ਕੀਤਾ ਹੈ ਸੈਲਫ ਰਿਫਲੈਕਸ਼ਨ ਬਾਰੇ? कि अगर मैं मेरी बात टुटी सी 2 बारी ते मैं ट्रिक्स करी सी ते मैनू उस तो सैल्फ इफैक्ट होया कि मैनू जो चीज़ नहीं आती उन्होंने मैं नहीं करना चाहिए, प्रॉपरली अगर मैनू नहीं आनी चाहिए नहीं आती तो फिर मैनू नहीं करना चाहिए। ਐਕਸੀਲੈਂਟ। ਦੇਖੋ ਕਿੰਨਾ ਅਮੇਜ਼ਿੰਗ ਐਗਜ਼ਾਮਪਲ ਹੈਗਾ, ਬਿਊਟੀਫੁਲ, ਥੈਂਕਸ ਫॉर ਸ਼ੇਅਰਿੰਗ। ਕਿ ਨਾ ਵੀ ਮੈਨੂੰ ਇੱਕ ਵਾਰੀ ਗਲਤੀ ਕੀਤੀ ਤਾਂ ਮੈਨੂੰ ਕਿੰਨੀ ਸਾਰੀ ਪ੍ਰੋਬਲਮ ਆਈ, ਕਿੰਨੀ ਦੇਰ ਤੱਕ ਮੇਰੀ ਮੂਵਮੈਂਟ ਰਿਸਟ੍ਰਿਕਟ ਹੋ ਗਈ, ਮੈਂ ਕਿੰਨੀ ਸਾਰੀਆਂ ਚੀਜ਼ਾਂ ਜੋ ਮੈਂ ਰੈਗੂਲਰ ਕਰਨਾ ਚਾਹੁੰਦੀ ਸੀਗੀ ਉਹ ਨਹੀਂ ਹੋਈਆਂ, ਹੈ ਨਾ। ਫਿਰ ਦੁਬਾਰਾ ਫਿਰ ਰਿਪੀਟ ਕੀਤੀ ਸੀ ਮਿਸਟੇਕ, ਤਾਂ ਹੁਣ ਉਸ ਤੋਂ ਬਾਅਦ ਧਿਆਨ ਆਇਆ ਕਿ ਵੀ ਆਈ ਸ਼ੁੱਡ ਨਾਟ ਡੂ ਇਟ ਨਾ। that is very good ਕਿ ਆਪਾਂ this is what we are all doing here ਕਿ ਅਸੀਂ ਆਪਣੇ ਆਪ ਨੂੰ ਰਿਮਾਈਂਡਰ ਦੇ ਰਹੇ ਹਾਂ ਕਿ ਵੀ ਮੈਨੂੰ ਦੁਬਾਰਾ ਸੈਕਿੰਡ ਟਾਈਮ ਉਹ ਗੱਲ ਕਰਨੀ ਹੀ ਨਾ ਪਵੇ। ਵੈਰੀ ਗੁੱਡ ਐਗਜ਼ਾਮਪਲ, ਐਕਸਲੈਂਟ। ਹਾਂਜੀ ਜਸਦੀਪ ਸਿੰਘ ਜੀ, is there anything else you want to add? No. ਕੋਈ ਐਗਜ਼ਾਮਪਲ ਦੇ ਸਕਦੇ ਹੋ ਸੈਲਫ ਰਿਫਲੈਕਸ਼ਨ ਦਾ? Anything? Let me think. For self-reflection, if you do something wrong, it could end up being one of the worst things that's happened in your life. देखो पता है कि it's not always कि भी it is one of the worst things. Even if it is a minor thing, we should still focus on listening to the good voice. ठीक है? It's not always just like a have to be the worst thing ever. It can be just a very minor thing. And I'm not justifying कि भी listening to the bad voice for any minor thing is okay. ਭਾਵੇਂ ਉਹ ਕੁਝ ਵੀ ਹੋਵੇ, ਮੇਰਾ ਧਿਆਨ ਹਮੇਸ਼ਾ ਜਿਹੜਾ ਉਹ good voice ਵੱਲ ਹੋਣਾ ਚਾਹੀਦਾ ਹੈ। ਠੀਕ ਹੈ, ਆਪਾਂ ਆਈ ਥਿੰਕ ਮੈਨੂੰ ਲੱਗ ਰਿਹਾ ਕਿ ਸਾਰੇ ਬੱਚਿਆਂ ਨੂੰ ਗੱਲ ਸਮਝ ਆ ਗਈ ਹੈ
so let's not repeat it again. Then make sure next week ਅਸੀਂ same homework ਜਿਹੜਾ ਉਹ continue ਕਰਾਂਗੇ ਜੋ ਆਪਾਂ ਇਸ ਹਫਤੇ ਕੀਤਾ ਸੀਗਾ। ਹਾਂਜੀ ਤੇ ਨੈਕਸਟ ਵੀਕ ਤੋਂ ਫਿਰ ਆਪਾਂ ਜਿਹੜੀ ਅਗਲੀ ਸਲਾਈਡ ਦੇ ਥਰੂ ਅਸੀਂ ਜਿਹੜਾ ਹੁਣ ਜੇ ਅੱਜ ਆਪਾਂ ਜੋਤ ਦੀ ਸਾਰੀ ਜਿਹੜੀਆਂ ਡੈਫੀਨੇਸ਼ਨਸ ਸਮਝੀਆਂ ਨੇ, ਉਹਦੇ ਸਿੰਪਟਮ ਸਾਰੇ ਸਮਝੇ ਨੇ। ਨੈਕਸਟ ਵੀਕ ਆਪਾਂ ਜਿਹੜੇ ਆ ਉਹ ਮਨ ਦੇ ਬਾਰੇ ਥੋੜੀ ਜੀ ਡਿਸਕਸ਼ਨ ਕਰਾਂਗੇ ਕਿ ਵੀ ਹਾਊ ਡੂ ਵੀ ਆਈਡੈਂਟੀਫਾਈ ਆਈ ਐਮ ਲਿਸਨਿੰਗ ਟੂ ਦ ਬੈਡ ਵੌਇਸ, ਔਰ ਇਨ ਗੁਰਬਾਣੀ's ਲੈਂਗੁਏਜ ਵੀ ਕਾਲ ਇਟ ਮਨ। ਠੀਕ ਹੈ ਜੀ। ਸੋ ਫਿਰ ਟਿਲ ਦੈਨ ਆਪਾਂ ਅੱਜ ਫਿਰ ਫਤਿਹ ਬੁਲਾਉਂਦੇ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।